ਆਦਿ ਨਿਰੰਜਨ ਹੈ ਗੁਰੂ ਨਾਨਕ, ਭਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੀ ਉਚਾਰੀ। ਦੋਇ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰਮੂਰਤਿ ਧਿਆਨ ਹਿਰਦੈ ਮੈਂ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਨ ਗਹੀ ਦਰਬਾਰੀ। ਡੰਡੋ ਬੰਦਨ ਅਨਕ ਵਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਉਪਚਰੈ ਸ਼ਾਸਤਰ ਘਟ, ਪਿੰਗ ਗਿਰਨ ਚੜ੍ਹ ਜਾਏ। ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਗੁਰੂ ਨਾਨਕ ਪੁਰਸ਼ੋਤਮੰ, ਪਰਮ ਪੁਰਾਵਰ ਨਾਥ। ਜੁਗਲ ਚਰਨ ਮਮ ਬੰਦਨਾ, ਧਰ ਕਰ ਧਰ ਪਰਮਾਥ। ਗੁਰੂ ਨਾਨਕ ਸੁਖ ਸਿੰਧ ਕੋ, ਹਾਥ ਜੋੜ ਪ੍ਰਣਾਮ। ਜਿਸ ਕਰਣਾ ਤੇ ਵਢਿਆ ਗੀ, ਪਾਵਹਿ ਗਤ ਵਿਸ਼ਰਾਮ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਦੂਜਾ। ਅੰਧੇ ਕੈ ਰਾਹੇ ਦੱਸਿਐ, ਅੰਧਾ ਹੋਏ ਸੋ ਜਾਏ। ਹੋਏ ਸੁਜਾਖਾ ਨਾਨਕਾ, ਸੋ ਕਿਉ ਉਜੜ ਪਾਏ। ਅੰਧੇ ਕੈ ਰਾਹੇ ਦੱਸਿਐ, ਅੰਧਾ ਹੋਏ ਸੋ ਜਾਏ। ਹੋਏ ਸੁਜਾਖਾ ਨਾਨਕਾ, ਸੋ ਕਿਉ ਉਜੜ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਆਪ ਸਾਰੇ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ 'ਤੇ ਸਤਿਗੁਰੂ ਜੀ ਨੇ ਆਪਣੀ ਮਿਹਰ ਦ੍ਰਿਸ਼ਟੀ ਕੀਤੀ ਹੈ, ਉਦਮ ਬਖਸ਼ਿਸ਼ ਕੀਤਾ ਹੈ। ਆਪ ਜੀ ਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਚਰਨਾਂ 'ਚ ਨਮਸਕਾਰ ਕਰਕੇ ਸੰਗਤ ਵਿੱਚ ਸਜ ਰਹੇ ਹੋ। ਚੱਲ ਰਹੇ ਸਥਾਨ ਦੀ ਮਰਜ਼ਾਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਗੁਰੂ ਸਾਹਿਬ ਦੇ ਸੋਹਣੇ ਪ੍ਰਕਾਸ਼ ਹੋਏ ਪੰਜ ਬਾਣੀਆਂ ਦਾ ਨਿਤਨੇਮ, ਸ਼੍ਰੀ ਆਸਾ ਜੀ ਦਵਾਰ ਦਾ ਸੰਪੂਰਨ ਕੀਰਤਨ ਹਰਜਸ, ਔਰ ਚੱਲ ਰਹੀ ਜੋ ਲੜੀਵਾਰ ਅੰਮ੍ਰਿਤ ਰੂਪ ਪਾਵਨ ਬਾਣੀ ਦੀ ਵਿਚਾਰ 954-55 ਅੰਗ 'ਤੇ ਜਾਰੀ ਹੈ। ਰਾਮਕਲੀ ਦੀ ਪਹਿਲੀ ਵਾਰ ਜਿਹਦੀ ਵਿਚਾਰ ਆਪਾਂ ਪਿਛਲੇ ਦਿਨਾਂ ਤੋਂ ਸੁਣਦੇ ਆ ਰਹੇ ਹਾਂ। ਕੱਲ੍ਹ ਸਾਵਣ ਦੀ ਸੁਗਰਾਨ ਦਾ ਪੁਰਬ ਸੀ। ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉ ਪਿਆਰ। ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ। ਸਾਵਣ ਸਰਸ ਮਨਾ, ਘਨ ਵਰਸੇ ਰੁੱਤ ਆਈ। ਸੰਗਤਾਂ ਬੇਅੰਤ ਜਿੱਥੇ ਜਿੱਥੇ ਵੀ
ਗੁਰਦੁਆਰਾ ਸਾਹਿਬ ਹਨ, ਚਾਹੇ ਨਗਰਾਂ ਦੇ ਹੈ, ਸ਼ਹਿਰਾਂ ਦੇ ਹੈ, ਔਰ ਗੁਰੂ ਮਹਾਰਾਜ ਦੇ ਇਤਿਹਾਸਕ ਸਥਾਨ ਹਨ। ਸੰਗਤਾਂ ਨੇ ਗੁਰੂ ਮਹਾਰਾਜ ਚਰਨਾਂ 'ਚ ਆ ਕੇ ਨਮਸਕਾਰਾਂ ਕੀਤੀਆਂ। ਮਹੀਨੇ ਦੀ ਸੁੱਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਕਿ ਆਪ ਕਿਰਪਾ ਕਰੋ। ਸੰਸਾਰ ਦੇ ਉੱਤੇ ਇਸ ਵੇਲੇ ਕਲਯੁਗ ਦਾ ਬੜਾ ਪ੍ਰਭਾਵ ਹੈ। ਆਪ ਕਿਰਪਾ ਕਰਕੇ ਸ਼ਾਂਤੀ ਬਖਸ਼ੋ। ਤਪਤ ਮੈਂ ਠਾਂਡ ਵਰਤਾਈ, ਅੰਧ ਪਿਆ ਦੁਖ ਨਾਠੇ ਪਾਈ। ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ। ਕਿਉਂਕਿ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਇਹ ਸੁਖਮਈ ਜੀਵਨ ਪ੍ਰਾਪਤ ਹੁੰਦਾ ਹੈ। ਨਹੀਂ ਤਾਂ ਜੈਸੇ ਜੈਸੇ ਜੀਵਾਂ ਦੇ ਕਰਮ ਹੈ, ਉਹਦੇ ਮੁਤਾਬਕ ਉਹਨਾਂ ਨੇ ਸੁੱਖ ਦੁੱਖ ਜਿਹੜਾ ਉਹ ਭੋਗਣਾ ਹੈ। ਜੇ ਗੁਰੂ ਮਹਾਰਾਜ ਦੀ ਸੰਗਤ ਦੀ ਓਟ ਲਈਏ, ਗੁਰੂ ਮਹਾਰਾਜ ਮਿਹਰ ਕਰਨ, ਦੁੱਖ ਸੁੱਖ ਦੇ ਵਿੱਚ ਬਦਲ ਜਾਂਦੇ ਆ। ਜਿਵੇਂ ਕੋਈ ਬਿਮਾਰੀ ਆਉਂਦੀ ਹੈ, ਡਾਕਟਰ ਹਕੀਮ ਦੀ ਆਪਾਂ ਸਹਾਇਤਾ ਲੈਂਦੇ ਹਾਂ, ਰੋਗ ਜਿਹੜੇ ਆ ਟਲ ਜਾਂਦੇ ਆ। ਜੇ ਕੋਈ ਕਰਮਾਂ ਦਾ ਭਿਅੰਕਰ ਰੋਗ ਹੈ, ਉਹਦੇ ਵਾਸਤੇ ਫਿਰ ਮਹਾਰਾਜ ਦੇ ਚਰਨਾਂ 'ਚ ਹੀ ਭਜਨ ਬਾਣੀ, ਅਰਦਾਸ, ਪੁੰਨ ਪ੍ਰਕਿਰਿਆ ਹੁੰਦੀ ਹੈ। ਇਸੇ ਤਰ੍ਹਾਂ ਹੀ ਸਾਡੇ ਜਿਹੜੇ ਮਾਨਸਿਕ ਰੋਗ ਆ, ਇਹ ਗੁਰੂ ਕੀ ਸ਼ਰਨ ਵਿੱਚ ਆਉਣੇ ਨਾ, ਗੁਰੂ ਮਹਾਰਾਜ ਦਾ ਸੰਗਤ ਦਾ ਆਸਰਾ ਲੈਣ ਨਾਲ, ਨਾਮ ਬਾਣੀ ਔਰ ਪਾਠ ਪੂਜਾ ਪੁੰਨ ਦਾਨ, ਇਹ ਸ਼ੁਭ ਕਰਮਾਂ ਦਾ ਆਸਰਾ ਲਈਏ ਕਿ ਇਹਨਾਂ ਤੋਂ ਵੀ ਫਿਰ ਛੋਟ ਮਿਲ ਜਾਂਦੀ ਹੈ। ਪਾਪੜਿਆਂ ਪਾਛਾੜ ਬਾਣ ਸਜਾਵਾ ਸਨ ਕੇ, ਗੁਰਮੰਤਰੜਾ ਚਿਤਾਰ ਨਾਨਕ ਦੁੱਖ ਨਾ ਥੀਵੇ। ਇਹ ਮਹਾਰਾਜ ਦੀ ਮਿਹਰ ਹੋ ਜਾਂਦੀ ਹੈ। ਗੁਰੂ ਰੂਪੀ ਹਕੀਮ ਪਾਸੋਂ ਇਹ ਭਜਨ ਬਾਣੀ ਨਾਮ ਰੂਪੀ ਔਸ਼ਧੀ ਲੈ ਕੇ ਵਿਧੀ ਪੱਖ ਦੁਆਰਾ ਇਹਦਾ ਗ੍ਰਹਿਣ ਕਰੀਏ ਤੇ ਮਹਾਰਾਜ ਜ਼ਰੂਰ ਜਿਹੜੇ ਬੱਜਰ ਪਾਪਾਂ ਦੇ ਰੋਗ ਆ, ਸਤਿਗੁਰ ਕਿਰਪਾ ਕਰਕੇ ਮਿਹਰ ਕਰਕੇ ਬਖਸ਼ ਦਿੰਦੇ ਆ। ਕਿਉਂਕਿ ਅਨਕਾਏ ਰਾਤੜਿਆ ਪਾਪ, ਬਾਟ ਦੁਹੇਲੀ ਰਾਮ। ਪਾਪ ਕਮਾਵੰਦਿਆ ਤੇਰਾ ਕੋਈ ਨਾ ਮੇਲੀ ਰਾਮ। ਸੰਸਾਰ ਦੇ ਲੋਕ ਛੱਡ ਜਾਂਦੇ ਆ। ਇਹ ਮਹਾਰਾਜ ਦਾ ਆਸਰਾ ਲਈਏ। ਇਹ ਮਹਾਰਾਜ ਫਿਰ ਬੜੇ ਬੜੇ ਪਾਪੀਆਂ ਨੂੰ ਵੀ ਬਖਸ਼ ਦਿੰਦੇ ਆ। ਮੂੰਹ ਚ ਅਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ। ਗਾਵਤੇ ਉਧਰੇ ਸੁਣਤੇ ਉਧਰੇ, ਬਿਨ ਸੇ ਪਾਪ ਕਨੇਰੇ। ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰੋ ਤਾਰੇ। ਨਾਨਕ ਦਾਸ ਤੇਰੀ ਸਰਣਾਈ, ਸਦਾ ਸਦਾ ਬਲਿਹਾਰੇ। ਉਹਦੀ ਸ਼ਰਨ ਵਿੱਚ ਆਉਣੇ ਨਾ ਫਿਰ ਵੱਡੇ ਲੋਕਾਂ ਦਾ ਹਿਰਦਾ ਵੀ ਬੜਾ ਮਹਾਨ ਹੁੰਦਾ ਹੈ। ਗਲਤੀ ਭੁੱਲ ਮੰਨ ਲਈਏ, ਉਹ ਦਇਆ ਰਹਿਮ ਕਰਕੇ ਬਖਸ਼ਿਸ਼ ਕਰ ਦਿੰਦੇ ਹਨ। ਆਓ ਅੱਜ ਦੀ ਜੋ ਪਾਵਨ ਬਾਣੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਉਪਦੇਸ਼ ਸ਼ਰਵਣ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸਾਰੀਆਂ ਸੰਗਤਾਂ ਮਨ ਬਿਰਤੀ ਦੀ ਇਕਾਗਰਤਾ ਵਾਸਤੇ, ਰਸਨਾ ਦੀ ਪਵਿੱਤਰਤਾਈ ਲਈ ਗਜ ਵਜ ਕੇ ਬੋਲੋ ਸਤਿਨਾਮ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸ਼ਲੋਕ ਮਹੱਲਾ ਦੂਜਾ। ਦੂਸਰੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਆਪਣੇ ਪਾਵਨ ਰਸਨਾ ਤੋਂ ਸਦੀਆਂ ਪਹਿਲਾਂ ਜਿਹੜਾ ਉਪਦੇਸ਼ ਉਸ ਵੇਲੇ ਦੇ ਜਗਿਆਸੂਆਂ ਨੂੰ ਬਖਸ਼ਿਆ, ਅੱਜ ਵੀ ਉਵੇਂ ਕਿਵੇਂ ਕਲਿਆਣਕਾਰੀ ਹੈ। ਸਾਡੇ 'ਤੇ ਵੀ ਬਾਣੀ ਦੁਆਰਾ ਰਹਿਮਤ ਬਖਸ਼ਿਸ਼ ਕਰਦੇ ਹਨ। ਅੰਧੇ ਕੈ ਰਾਹੇ ਦੱਸਿਐ, ਅੰਧਾ ਹੋਏ ਸੋ ਜਾਏ। ਅੰਧਾ ਜਿਸ ਨੂੰ ਕੁਦਰਤ ਨਾਲ ਨੇਤਰ ਨਹੀਂ ਮਿਲੇ, ਜੇ ਹੁਣ ਕੋਈ ਉਹ ਤੋਂ ਰਾਹ ਪੁੱਛੇਗਾ, ਸੁਜਾਖਾ ਤੇ ਅੱਖਾਂ ਨਾਲ ਦੇਖਦਾ ਨਹੀਂ ਮੰਨੇਗਾ। ਅੰਧਾ ਜਿਹੜਾ ਉਹ ਯਕੀਨ ਕਰ ਲੈ ਕਿ ਮਹਾਰਾਜ ਮੈਨੂੰ ਰਸਤਾ ਦੱਸ ਦਿਓ, ਮੈਂ 5-10 ਰੁਪਏ ਵੀ ਦੇ ਦਿਆਂਗਾ, ਕਿਉਂਕਿ ਜਿੱਥੇ ਤੱਕ ਤਾਂ ਇਹਨਾਂ ਦੀ ਅਟਕਲ ਹੁੰਦੀ ਹੈ ਉੱਥੇ ਤੇ ਚਲੇ ਜਾਂਦੇ ਆ। ਜਿਹੜਾ ਗੈਰ ਇਲਾਕਾ ਹੁੰਦਾ ਉੱਥੇ ਫਿਰ ਥੋੜ੍ਹੀ ਮੁਸ਼ਕਿਲ ਵੀ ਆਉਂਦੀ ਹੈ। ਅਤੇ ਜੇ ਪੁੱਛਦਾ ਕਿਸੇ ਨੂੰ ਕਿ ਭਾਈ ਮੈਂ ਤੈਨੂੰ ਆ ਮਾਇਆ ਦਿਨਾ, ਮੈਨੂੰ ਸਹੀ ਰਸਤਾ ਦੱਸ ਦਿਓ, ਉਹ ਵੀ ਮੋਰੇ ਸੂਰਮਾ ਸਿੰਘ ਸੀ। ਉਹ ਪੈਸੇ ਦੇ ਲਾਲਚ ਵਿੱਚ ਲਈ ਗਿਆ, ਕਹਿੰਦਾ ਵੀ ਲੈ ਬਈ, ਜਿੱਥੇ ਤੱਕ ਉਹਦੀ ਆਪਣੀ ਬਾਖਵੀ ਸੀ, ਕਹਿੰਦਾ ਬਸ ਹੁਣ ਨੱਕ ਦੀ ਸਿੱਧੇ ਹੀ ਤੁਰਿਆ ਜਾਏ, ਦੇਣੇ ਵੱਲ ਜਾਣ ਦੀ ਲੋੜ ਨਹੀਂ। ਅੱਗੇ ਕੁਦਰਤੀ ਉਹ ਘੋੜਾ ਖੂਹ ਸੀ, ਉਹ ਵਿਚਾਰਾ ਚਲੇ ਗਿਆ। ਇਹਨ ਲਾਲਚ ਵਿੱਚ ਚਾਹੀਦਾ ਤੇ ਸੀ ਭਾਈ ਮੈਨੂੰ ਇੱਥੇ ਤੇ ਗਿਆਨ ਆ, ਇਸ ਤੋਂ ਅੱਗੇ ਨਹੀਂ। ਪਰ ਉਹ ਮਾਇਆ ਦੇ ਲਾਲਚ ਵਿੱਚ ਕਹਿਣ ਲੱਗਾ ਸਿੱਧਾ ਹੀ ਨੱਕ ਦੀ ਸਿੱਧ ਜਾਣਾ। ਉਹ ਜਾ ਕੇ ਵਿਚਾਰਾ ਖੂਹ 'ਚ ਡਿੱਗ ਪਿਆ। ਕਹਿਣ ਲੱਗਾ ਵੀ ਦੇਖੋ, ਇਸ ਨੇ ਜਾਤ ਭਾਈ 'ਤੇ ਵੀ ਦਇਆ ਨਹੀਂ ਕੀਤੀ। ਅਤੇ ਇਸ ਤਰ੍ਹਾਂ ਕਹਿੰਦੇ ਜਿਹੜਾ ਨੇਤਰਾਂ ਤੋਂ ਹੀਣਾ ਪੁਰਸ਼ ਹੈ, ਸੁਜਾਖਾ ਅਤੇ ਉਹਦਾ ਕਹਿਣਾ ਮੰਨ ਕੇ ਨਹੀਂ ਨਾ ਤੁਰੇਗਾ। ਅਤੇ ਜਿਹੜਾ ਆਪ ਵਿਚਾਰਾ ਸੂਰਮਾ ਸਿੰਘ ਆ, ਉਹ ਕਈ ਵਾਰੀ ਯਕੀਨ ਖਾ ਕੇ ਔਰ ਧੋਖਾ ਖਾ ਜਾਂਦਾ। ਇਸੇ ਤਰ੍ਹਾਂ ਹੀ ਜਿਹਦੇ ਗਿਆਨ ਵਿਰਾਗ ਰੂਪੀ ਨੇਤਰ ਨਹੀਂ, ਐਸਾ ਜਿਹੜਾ ਅੰਧਾ ਪੁਰਸ਼ ਹੈ, ਉਹਦਾ ਕਹਿਣਾ ਮੰਨਣ ਵਾਲੇ ਵੀ ਇਸ ਤਰ੍ਹਾਂ ਦੇ ਅਗਿਆਨੀ ਬੰਦੇ ਹੋਣਗੇ। ਗਿਆਨਵੰਤ ਨਹੀਂ ਨਾ ਕਹਿਣਾ ਮੰਨਦਾ। ਅੱਜ ਕੱਲ੍ਹ ਅਗਿਆਨੀ ਲੋਕ ਵੀ ਗੱਲਾਂ ਬਾਤਾਂ ਲਈ ਬੜੇ ਚਤਰਿਆ ਮਗਰ ਲਾ ਲੈਂਦੇ ਆ। ਕਬੀਰ ਮਾਏ ਮੁੰਡੋਂ ਤੇ ਗੁਰੂ ਕੀ ਜਾਂ ਤੇ ਭਰਮ ਨਾ ਜਾਏ, ਆਪ ਡੁੱਬੇ ਝੋਬੇ ਦੇ ਮੈਂ ਚੇਲੇ ਦੀ ਅਵਾਏ। ਉਹ ਦੋਹਾਂ ਨੂੰ ਵੀ ਰੋੜਦਾ। ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜਪ, ਇਸ ਤਰ੍ਹਾਂ ਦੀ ਹਾਲਤ ਹੈ। ਕਿਉਂਕਿ ਆਪਣੇ ਕੋਲ ਨਾ ਤਾਂ ਗਿਆਨ ਦੀ ਆਖਿਆ, ਨਾ ਬਰਾਗ ਦੀ ਹੈ। ਅਗਿਆਨੀ ਬੰਦੇ ਹੈ, ਅਗਿਆਨੀਆਂ ਦੀ ਗੱਲ ਦੱਸੀ ਨੂੰ ਅਗਿਆਨੀ ਮੰਨਦੇ ਹੈ। ਅਤੇ ਜਿਹੜਾ ਸੁਜਾਖਾ ਗਿਆਨ ਬਰਾਗ ਦੇ ਨੇਤਰਾਂ ਦੇ ਸਹਿਤ, ਉਹ ਇਹਨਾਂ ਅਗਿਆਨੀਆਂ ਦੇ ਮਗਰ ਨਹੀਂ ਲੱਗਦਾ। ਕਿ ਬਹੁਤਾ ਸੰਸਾਰ ਅਗਿਆਨੀਆਂ ਦਾ ਹੀ ਹੈ। ਕਿਉਂਕਿ ਜਗ ਕੀ ਭੇਡਾ ਚਾਲ ਚਲਤੇ ਕੇ ਪਾਛੇ ਚਲਾ, ਪਰਮਾਰਥ ਨਾ ਸੰਭਾਲ ਦੇਖੋ ਜਗ ਮੂੜਤਾ। ਜਗ ਦੀ ਭੇਡਾ ਚਾਲ ਹੈ, ਜਿੱਧਰ ਇੱਕ ਭੇਡ ਜਾਂਦੀ ਜਾਈ ਜਾਣੀ। ਅੰਧਾ ਖੂਹ ਅੰਧੇ ਠੇਲੇ, ਉਹ ਕੁਝ ਡਿੱਗਦੀਆਂ ਦੂਜੀਆਂ ਵੀ ਡਿੱਗੀ ਜਾਂਦੀਆਂ, ਦੇਖਦੀਆਂ ਕੀ ਗੱਲ ਹੈ। ਇਸ ਤਰ੍ਹਾਂ ਲੋਕ ਜ਼ਿਆਦਾ ਭੀੜ ਭਾੜ ਦੇਖਦੇ ਆ, ਲੈ ਵੀ ਉੱਥੇ ਲੋਕ ਬਹੁਤ ਜਾਂਦੇ ਆ, ਵੀ ਸ਼ਾਇਦ ਕੋਈ ਜ਼ਿਆਦਾ ਬਰਕਤ ਹੋਏ। ਹੁਣ ਆਮ ਲੈ ਲਓ, ਪ੍ਰਾਇਮਰੀ ਸਕੂਲਾਂ 'ਚ ਭੀੜ ਜ਼ਿਆਦਾ ਹੁੰਦੀ ਹੈ, ਮਿਡਲ ਵਿੱਚ ਘੱਟ ਜਾਂਦੀ ਹੈ।
ਹਾਈ 'ਚ ਹੋਰ ਘਟ ਜਾਂਦੀ ਹੈ, BMA 'ਚ ਬਹੁਤ ਘੱਟ ਗਿਣਤੀ। PhD ਦਾ ਤਾਂ ਸਾਲਾਂ 'ਚ ਕੋਈ ਜ਼ਿਲ੍ਹੇ 'ਚੋਂ ਇੱਕ ਅੱਧਾ ਹੀ ਨਿਕਲਦਾ, ਸਾਰੇ ਥੋੜ੍ਹੀ ਇਹ ਡਿਗਰੀ ਨੂੰ ਪ੍ਰਾਪਤ ਕਰਦੇ। ਆਮ ਵਿਦਿਆਰਥੀ ਦਾ ਬਹੁਤ ਹੈ। ਜੇ ਕਹੀਏ ਉਹਨਾਂ 'ਚੋਂ ਕਿ ਡਾਕਟਰ ਜਾਂ ਕੋਈ ਇੰਜੀਨੀਅਰ ਜਾਂ ਸਾਇੰਸਿਸਟ, ਉਹ ਤਾਂ ਵਿਰਲੇ ਵਿਰਲੇ ਹੀ ਨਿਕਲਦੇ ਨੇ। ਬਾਕੀ ਆ ਜਿਹੜੇ ਆਮ ਅੱਜ ਕੱਲ੍ਹ +2 ਕਰਕੇ ਕੋਰਸ ਆ ਕਰਕੇ ਬਾਹਰ ਮਜ਼ਦੂਰੀ ਲਈ ਜਾਣ ਵਾਲੇ ਤਾਂ ਬਹੁਤ ਹੈ। ਕੋਈ ਡਾਕਟਰ, ਫਿਲਾਸਫਰ, ਸਾਇੰਸਿਸਟ ਬਣ ਕੇ ਜਾਣ ਵਾਲੇ ਤਾਂ ਘੱਟ ਹਨ, ਦੋਆਂ ਦੀ ਗਿਣਤੀ ਬਥੇਰੀ ਹੈ। ਕਿਉਂਕਿ ਵਿਦਿਆ ਵੀ ਇੱਕ ਬਹੁਤ ਵੱਡੀ ਤਪੱਸਿਆ ਹੁੰਦੀ ਹੈ। ਆਮ ਬੰਦਾ ਇੰਨੀ ਖੇਚਲ ਨਹੀਂ, ਖਰਚਾ ਵੀ ਨਹੀਂ ਕਰ ਸਕਦਾ। ਹਰੇਕ ਦੀ ਬੁੱਧੀ ਵੀ ਕੰਮ ਨਹੀਂ ਕਰਦੀ। ਕਈਆਂ ਦੀ ਬੁੱਧੀ ਆ ਘਰੋਂ ਮਾਲੀ ਹਾਲਤ ਢਿੱਲੀ ਹੁੰਦੀ ਆ, ਉਹ ਰਹਿ ਜਾਂਦੇ। ਕਈਆਂ ਦੀ ਮਾਲੀ ਹਾਲਤ ਵੀ ਠੀਕ ਹੈ, ਉਹ ਬੱਚੇ ਐਸ਼ ਪ੍ਰਸਤੀ ਨਸ਼ਿਆਂ ਨੁਸ਼ਿਆਂ 'ਚ ਪਏ ਹੁੰਦੇ ਆ, ਉਹ ਵੀ ਕੋਈ ਤਰੱਕੀ ਵਾਲਾ ਰਾਹ ਨਹੀਂ ਅਪਣਾ ਸਕਦੇ। ਇਹ ਦੁਨਿਆਵੀ ਇਸੇ ਤਰ੍ਹਾਂ ਹੀ ਪਰਮਾਰਥੀ ਹੈ ਕਿ ਜਿਹਦੇ ਕੋਲ ਗਿਆਨ ਬਰਾਗ ਰੂਪੀ ਨੇਤਰ ਨਹੀਂ, ਉਹ ਫਿਰ ਉਹੋ ਜਿਹੇ ਬੰਦਿਆਂ ਨੂੰ ਮਗਰ ਲਾ ਲੈਂਦੇ ਆ। ਉਹ ਜਿਹੜੇ ਅੰਧੇ ਕਹਿ ਰਾਹ ਦੱਸਿਆ, ਉਹਦਾ ਅਗਿਆਨੀ ਜਿਹੜਾ ਰਾਹ ਦੱਸਦਾ, ਅਤੇ ਅਗਿਆਨੀ ਉਹਦਾ ਕਹਿਣਾ ਮੰਨ ਕੇ ਉਸ ਪਾਸੇ ਨੂੰ ਉਹ ਤੁਰੇ ਜਾਂਦੇ ਹਨ। ਹੋਏ ਸੁਜਾਖਾ ਨਾਨਕਾ, ਸੋ ਕਿਉ ਉਜੜ ਪਾਏ। ਗੁਰੂ ਅੰਗਦ ਸਾਹਿਬ ਕਿਰਪਾ ਕਰਦੇ, ਜੇ ਸੁਜਾਖਾ ਹੋਵੇ ਨਾ, ਉਹ ਉਹਨਾਂ ਦੇ ਮਗਰ ਲੱਗ ਕੇ ਉਜੜ, ਉਹ ਮਾਰਗ ਕਿਉਂ ਜਾਏਗਾ, ਵਿਖੜੇ ਰਸਤੇ ਕਿਉਂ ਜਾਏਗਾ। ਉਹ ਤਾਂ ਕਹੇ ਤੂੰ ਕਿਉਂ ਮੈਨੂੰ ਬੁੱਧੂ ਬਣਾਉਣਾ, ਅਤੇ ਰਸਤਾ ਤਾਂ ਅਸਲੀ ਆਇਆ, ਤੂੰ ਸਾਨੂੰ ਗਲਤ ਪਾਸੇ ਲਾ ਰਿਹਾ। ਦੂਜੀ ਛੋਟ ਕੁਵਾਟੜੀ ਇੱਕ ਸਿਉਂ ਲਿਵ ਲਾਏ। ਉਹ ਮਾੜੇ ਪਾਸੇ ਮਾੜੇ ਰਸਤੇ ਨਹੀਂ ਨਾ ਚੱਲਦਾ। ਅਤੇ ਜਿਹੜਾ ਹੁਣ ਅਮਲੀ ਲੋਕ ਆ, ਉਹ ਤਾਂ ਫਿਰ ਅਮਲੀਆਂ ਨੂੰ ਜਾਂਦੇ ਨੇ। ਉਹ ਜਿਵੇਂ ਕਿਸੇ ਅਮਲੀ ਦੀ ਲੜਕੀ ਵਿਆਹੁਣ ਯੋਗ ਸੀ, ਉਹ ਘਰ ਵਾਲੀ ਨੇ ਰੋਜ਼ ਕਲਾ ਕਰਨੀ, ਤੈਨੂੰ ਆਪਣੇ ਅਮਲ ਦਾ ਹੈ ਅਤੇ ਲੜਕੀ ਦਾ ਕੋਈ ਫਿਕਰ ਨਹੀਂ ਕਰਦਾ। ਕਹਿੰਦਾ ਨਹੀਂ ਕੋਈ ਨਹੀਂ, ਮੈਨੂੰ ਪੂਰਾ ਫਿਕਰ ਹੈ। ਉਹਨੂੰ ਫਿਰ ਚੰਗਾ ਅਮਲੀ ਮਿਲ ਗਿਆ, ਉੱਥੇ ਲੜਕੀ ਦਾ ਰਿਸ਼ਤਾ ਕਰਿਆ, ਬੜਾ ਖੁਸ਼। ਉੱਥੇ ਬੈਠ ਕੇ ਇਕੱਠਿਆਂ ਨੇ ਛਕਾਇਆ ਮਾਵਾ ਸ਼ਵਾ। ਉਹ ਬੀਬੀ ਪੁੱਛਦੀ ਹੈ ਕਿ ਅੱਜ ਬੜਾ ਖੁਸ਼ ਹੈ, ਕੋਈ ਮਿਲਿਆ ਚੰਗਾ ਰਿਸ਼ਤਾ? ਕਹਿੰਦੇ ਚੰਗਿਓਂ ਚੰਗਾ, ਉਹ ਤਾਂ ਪੂਰਾ ਮਾਝੇ ਤੋੜ ਅਮਲੀ ਹੈ। ਉਹ ਘਰ ਵਾਲੇ ਕਹਿੰਦੇ ਆਪ ਤਾਂ ਡੁੱਬਿਆ ਸੀ, ਤਾਂ ਕੁੜੀ ਨੂੰ ਵੀ ਡੋਬਿਆ। ਇਹ ਤਾਂ ਇਹਨਾਂ ਦਾ ਤਾਂ ਇਹੋ ਜਿਹਾ ਹੁੰਦਾ, ਜਿਹੋ ਜਿਹਾ ਕੋਈ ਵਿਹਾਰ ਕਰਦਾ, ਜਿਹੋ ਜਿਹੀ ਸੁਸਾਇਟੀ ਹੈ, ਉਹਨਾਂ ਨੂੰ ਉਸ ਤਰ੍ਹਾਂ ਦੇ ਲੋਕ ਚੰਗੇ ਲੱਗਦੇ ਆ। ਉਹ ਆਪਣੇ ਬੱਚਿਆਂ ਦਾ ਵੀ ਵਰਤਮਾਨ ਭਵਿੱਖ ਨਹੀਂ ਸੋਚਦੇ, ਉਹਨਾਂ ਨੂੰ ਆਪਣੇ ਨਾਲ ਹੀ ਹੁੰਦੀ ਹੈ। ਇਸ ਤਰ੍ਹਾਂ ਜਿਹੜੇ ਅਗਿਆਨੀ ਲੋਕ ਆ, ਚੋਰੀਆਂ ਜਾਰੀਆਂ ਬਦਮਾਸ਼ੀਆਂ ਕਰਦੇ ਆ, ਨਸ਼ੇ ਨੁਸ਼ੇ ਕਰਦੇ ਆ, ਉਹਨਾਂ ਨੂੰ ਤਾਂ ਫਿਰ ਆਪਣੇ ਵਰਗੇ ਚੰਗੇ ਲੱਗਦੇ। ਅਤੇ ਜਿਹੜੇ ਉਹੋ ਜਿਹੇ ਆ, ਉਹਨਾਂ ਦੇ ਰਾਹ ਦੋਸ਼ੀਆਂ ਤੁਰਦੇ ਵੀ ਉੱਧਰ ਨੂੰ, ਭਲਾ ਪਾਸੇ ਦਾ ਉਪਦੇਸ਼ ਦਿਓ, ਉੱਧਰ ਨਹੀਂ ਉਹਨੇ ਜਾਣਾ, ਪੁੱਠੇ ਪਾਸੇ ਜਾਣਾ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜਾ ਸੁਜਾਖਾ ਹੈ, ਉਹ ਅੰਧੇ ਅਗਿਆਨੀ ਦੇ ਰਾਹ ਦੱਸਿਆ ਉੱਧਰ ਨਹੀਂ ਜਾਂਦਾ। ਅਤੇ ਬਾਕੀ ਮਹਾਰਾਜ ਨੇ ਇਹ ਵੀ ਬਚਨ ਦੱਸਿਆ, ਅੰਧੇ ਨਾ ਆਖੀਆਂ ਜਿਨ ਮੁਖ ਲੋਇਣ ਨਾਹੀ, ਅੰਧੇ ਸਈ ਨਾਨਕਾ ਜੋ ਖਸਮੋਂ ਕੁੱਥੇ ਜਾਏ। ਹੁਣ ਕਈ ਸੂਰਮੇ ਸਿੰਘ ਤਾਂ ਬੜੇ ਬੜੇ ਗਿਆਨੀ ਹੈ, ਬੜੇ ਬੜੇ ਰਾਗੀ ਹੈ, ਦਰਬਾਰ ਸਾਹਿਬ ਲੱਗੇ ਸੇਵਾ ਕਰਦੇ। ਉੱਥੇ ਮਹਾਰਾਜ ਨੇ ਕਿਹਾ ਇਹ ਤਾਂ ਕੁਦਰਤੀ ਕਿਸੇ ਦੀ ਮਾਤਾ ਦੇ ਨਾਲ ਜੋਤ ਚਲ ਗਈ ਜਾਂ ਕੋਈ ਹੋਰ ਕਾਰਨ ਬਣ ਗਿਆ। ਇਹ ਮਹਾਰਾਜ ਕਹਿੰਦੇ ਸੂਰਮੇ ਨਹੀਂ, ਅੰਧੇ ਨਹੀਂ। ਅੰਧੇ ਉਹ ਆ ਜਿਹੜੇ ਖਸਮ ਮਾਲਕ ਤੋਂ ਕੁੱਥੇ ਹੋਏ ਭੁੱਲੇ ਹੋਏ।
ਜਾਣਦੇ ਹੋਏ ਵੀ ਮਾੜੇ ਪਾਸੇ ਤੁਰਦੇ। ਕਬੀਰ ਮਨ ਜਾਣ ਸਭ ਬਾਤ ਜਾਣਤੀ ਯੋਗਨ ਕਰੈ, ਕਾਹੇ ਕੀ ਕੁਸ਼ਲਾਤ ਹਾਥ ਦੀਪ ਹੋਏ ਪਰ। ਬੁੱਧੀ ਰੂਪੀ ਦੀਵਾ ਵੀ ਹੈਗਾ, ਇਹ ਜਾ ਕੇ ਹਾਂਜੀ ਮਾੜੀ ਕੁਸੰਗਤ ਰੂਪੀ ਖੂਹ ਵਿੱਚ ਜਾ ਕੇ ਡਿੱਗਦੇ, ਪੁੱਠੇ ਪਾਸੇ ਜਾਂਦੇ, ਸਿੱਧੇ ਪਾਸੇ ਨਹੀਂ ਜਾਂਦੇ। ਅਤੇ ਧੰਨ ਗੁਰੂ ਅੰਗਦ ਸਾਹਿਬ ਨੂੰ ਬੇਨਤੀ ਕੀਤੀ ਸੀ, ਉਹਦੇ ਮੁਤਾਬਕ ਉਹ ਬਚਨ ਦੱਸ ਰਹੇ ਹਨ। ਅੰਧੇ ਇਹ ਨਾ ਆਖੀਅਨ, ਭਾਈ ਅੰਧੇ ਇਹਨਾਂ ਨੂੰ ਨਹੀਂ ਕਿਹਾ ਜਾਂਦਾ ਹੈ। ਜਿਨ ਮੁਖ ਲੋਇਣ ਨਾਹੇ, ਜਿਨ੍ਹਾਂ ਦੇ ਚਿਹਰੇ 'ਤੇ ਨੇਤਰਾਂ ਦੀ ਜੋਤ ਕੰਮ ਨਹੀਂ ਕਰਦੀ। ਕੁਦਰਤੀ ਤੌਰ 'ਤੇ ਕਿਸੇ ਬਿਮਾਰੀ ਦੇ ਨਾਲ ਨੇਤਰਾਂ ਦੀ ਜੋਤ ਚਲੇ ਗਈ ਹੈ, ਅਸਲ ਵਿੱਚ ਉਹ ਅੰਨੇ ਨਹੀਂ ਹਨ। ਅੰਧੇ ਸੇ ਨਾਨਕਾ, ਪਾਤਸ਼ਾਹ ਕਹਿੰਦੇ ਸਾਡੇ ਗੁਰੂ ਸਾਹਿਬ ਨੇ ਇਹ ਬਚਨ ਦੱਸਿਆ ਕਿ ਅਸਲੀ ਤੇ ਭਾਈ ਅੰਧੇ ਉਹ ਲੋਕ ਹਨ। ਖਸਮਹੁ ਭੁੱਥੇ ਜਾਹੇ, ਅੱਖਾਂ ਹੁੰਦੀਆਂ, ਬਾਣੀ ਨਹੀਂ ਪੜ੍ਹਦੇ ਅਤੇ ਗੰਦਾ ਲਿਟਰੇਚਰ ਪੜ੍ਹਦੇ, ਗੰਦੀਆਂ ਫਿਲਮਾਂ ਦੇਖਦੇ ਆ, ਭਲੇ ਪਾਸੇ ਆਉਂਦੇ ਨਹੀਂ। ਜਿਹੜੇ ਖਾਲਸਨ ਤੋਂ ਪੁੱਥੇ ਹੋਏ ਆ, ਭੁੱਲੇ ਹੋਏ ਆ, ਅਸਲੀ ਮਹਾਰਾਜ ਕਹਿੰਦੇ ਉਹ ਅੰਨੇ ਆ। ਕਈ ਵਾਰੀ ਸਿਆਣਾ ਬੰਦਾ ਕਹਿ ਦਿੰਦਾ, ਇਹ ਨਹੀਂ ਵੀ ਬੰਦੇ ਅਨਪੜ੍ਹ ਜਿਹੜੇ ਜਾਂ ਪੜ੍ਹਿਓ, ਕਈ ਵਾਰੀ ਪੜ੍ਹੇ ਵੀ ਇਹੋ ਜਿਹੇ ਹੈਗੇ, ਉਹਨਾਂ ਨੂੰ ਕਹਿੰਦੇ ਆ ਤੂੰ ਇੰਨਾ ਗਿਆਨੀ ਧਿਆਨੀ ਹੋ ਕੇ, ਪੜ੍ਹਿਆ ਲਿਖਿਆ ਹੋ ਕੇ, ਫੇ ਅੰਨਾ ਤੈਨੂੰ ਸਮਝ ਨਹੀਂ ਆਉਂਦੀ, ਦੀਦਾ ਨਹੀਂ ਕੀ ਕੰਮ ਕਰ ਰਹੇ ਆ, ਲੋਕ ਕਹਿ ਵੀ ਦਿੰਦੇ। ਮਹਾਰਾਜ ਕਹਿੰਦੇ ਅੰਧੇ ਅਸਲ ਵਿੱਚ ਉਹ ਆ ਜਿਹੜੇ ਉਸ ਮਾਲਕ ਨੂੰ ਭੁੱਲ ਗਏ। ਸਾਰਾ ਕੁਛ ਦੇਖਦੇ ਵੀ ਹੈ ਕਿ ਜਿਹੋ ਜਿਹਾ ਕਰਮ ਕੋਈ ਕਰਦਾ ਉਹਦਾ ਫਲ ਭੋਗਦਾ, ਪਰ ਫਿਰ ਵੀ ਉਹ ਆਪਣਾ ਲਾਪਰਵਾਹ ਹੋ ਕੇ ਅਤੇ ਮਾੜੇ ਕੰਮਾਂ ਵੱਲ ਪ੍ਰਵਿਰਤ ਹੋਏ ਰਹਿੰਦੇ ਆ। ਜਿਹੜੇ ਮਾਲਕ ਨੂੰ ਭੁੱਲੇ ਹੋਏ ਹੈ ਕਿ ਰੱਬ ਕੌਣ ਆ, ਆਹ ਜਗ ਮਿੱਠਾ ਅਗਲਾ ਕਨ ਡਿੱਠਾ। ਅਸਲੀ ਮਹਾਰਾਜ ਕਹਿੰਦੇ ਅੰਨੇ ਉਹ ਹਨ। ਮਹੱਲਾ ਦੂਜਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਅੱਗੇ ਅਰਥ ਤੋਰਦੇ ਹੋਏ ਹੋਰ ਬਖਸ਼ਿਸ਼ ਕਰਦੇ ਹਨ। ਸਾਹਿਬ ਅੰਧਾ ਜੋ ਕੀਆ, ਜਿਹਨੂੰ ਸਾਹਿਬ ਨੇ ਅੰਧਾ ਕਰਤਾ, ਗਿਆਨ ਵਿਰਾਗ ਰੂਪੀ ਨੇਤਰ ਨਹੀਂ ਬਖਸ਼ੇ ਹਨ। ਕਰੇ ਸੁਜਾਖਾ ਹੋਏ, ਉਹਨੂੰ ਸੁਜਾਖਾ ਕੌਣ ਕਰ ਸਕਦਾ? ਉਹ ਤਾਂ ਮਹਾਰਾਜ ਜੀ ਕਿਰਪਾ ਕਰੇ ਨਾ, ਫੇਰ ਹੀ ਹੈ। ਕਿਉਂਕਿ ਉਹ ਬੁੱਧੀ ਦਾ ਵੀ ਅੰਨਾ ਹੈ ਨਾ, ਬੁੱਧੀ ਵੀ ਉਹੋ ਜਿਹੀ ਹੈ, ਕਿਸੇ ਦੀ ਗੱਲ ਮੰਨਣ ਨੂੰ ਤਿਆਰ ਨਹੀਂ। ਆਪਣੀ ਹੰਡੀ ਜਿਹੜੀ ਹੈ ਜਿੱਦ ਆ ਉਹਨੂੰ ਪਗਾਉਣਾ। ਇਹ ਜਿਹੜੇ ਲੋਕ ਹੈ ਇਹਨਾਂ ਨੂੰ ਕਹਿੰਦੇ ਸੁਜਾਖਾ ਕੌਣ ਕਰ ਸਕਦਾ? ਮਹਾਰਾਜ ਸੋਝੀ ਦੇਵੇ, ਮੱਤ ਦੇਵੇ, ਫਿਰ ਤਾਂ ਹੈ, ਨਹੀਂ ਤਾਂ ਫਿਰ ਉਹ ਪੁੱਠੀ ਸੋਚ ਇਹ ਹੁੰਦੀ ਹੈ। ਉਹ ਜਿਵੇਂ ਇੱਕ ਫਕੀਰ ਹੁੰਦਾ ਸੀ, ਉਹ ਝਿਉਰੀ ਨੇ ਦਾਣੇ ਭੁੰਨਣੇ, ਉੱਥੇ ਹੁਣ ਚਲੋ ਪੱਟ ਚੋਗਣੇ ਅਤੇ ਛੱਗ ਛੂ ਕੇ ਦਾਣੇ ਪਾਣੀ ਪੂਣੀ ਪੀ ਲੈਣਾ। ਅਤੇ ਜਿਸ ਵੇਲੇ ਉਹ ਕਿਰਿਆ ਕਰਕੇ ਝਿਉਰ ਲੋਕ ਚਲੇ ਜਾਣ, ਉਹ ਭੱਠੀ ਦੇ ਪੱਟਿਆਂ ਕੋਲ ਬੈਠੇ ਰਹਿਣਾ ਠੰਡ ਤੋਂ। ਇਸ ਤਰ੍ਹਾਂ ਟਾਈਮ ਪਾਸ, ਅਤੇ ਅੱਗ ਬੁੱਝ ਜਾਏ ਅਤੇ ਵਿੱਚ ਵੜ ਕੇ ਬਹਿ ਜਾਣਾ ਠੰਡ ਤੋਂ। ਉਹ ਰਾਜੇ ਦੇ ਮਹਲ ਨੇੜੇ ਸੀ, ਉਹ ਦੇਖਦਾ ਹੁੰਦਾ ਸੀ ਕਿ ਅਸੀਂ 36 ਪ੍ਰਕਾਰ ਦੇ 6 ਰਸਾਂ ਦੇ ਭੋਜਨ ਖਾਂਦੇ ਹਾਂ, ਸੁੰਦਰ ਸੇਜਾਂ 'ਤੇ ਸੌਂਦੇ ਹਾਂ, ਸਾਰੀ ਤਰ੍ਹਾਂ ਦੀਆਂ ਸੁਵਿਧਾ ਸੁੱਖ ਸਹੂਲਤਾਂ ਹੈਗੀਆਂ। ਇਹ ਸੰਤ ਨੂੰ ਪੁੱਛਣਾ ਕਿ ਤੇਰੀ ਕਿਵੇਂ ਗੁਜ਼ਰਦੀ ਹੈ, ਕਿ ਠੰਡ ਬਹੁਤ ਹੁੰਦੀ ਹੈ। ਉਹ ਮਾਘ ਦਾ ਮਹੀਨਾ, ਖੈਰ ਰਾਜੇ ਨੇ ਬੁਲਾਇਆ। ਪਹਿਲਾਂ ਤੋਂ ਕਹਿੰਦਾ ਮੈਂ ਰਾਜੇ ਤੋਂ ਕੀ ਲੈਣਾ, ਬੇਪਰਵਾਹ ਫਕੀਰ ਸੀ। ਸੰਤ ਨਵਰ ਨਾ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰ ਕੈ ਜਾਗੋ ਪਾਕ ਸੁਆਮੀ। ਉਹ ਬੇਪਰਵਾਹ ਨਾ ਬੋਲਣ। ਕਿ ਰਾਜਾ ਆਪ ਆ ਗਿਆ, ਰਿਕੁਐਸਟ ਕੀਤੀ, ਬੇਨਤੀ ਕੀਤੀ, ਮਹਾਰਾਜ ਇਹ ਠੀਕ ਹੈ, ਤੁਹਾਨੂੰ ਮੇਰੇ 'ਤੇ ਕੋਈ ਗਰਜ ਨਹੀਂ, ਪਰ ਤੁਹਾਡੀ ਕਿਰਿਆ ਦੇਖ ਕੇ ਮੈਨੂੰ ਕੋਈ ਸੰਸਾ ਜਿਹਾ ਹੋ ਜਾਂਦਾ। ਉਹ ਸੰਸਾ ਪ੍ਰਸ਼ਨ ਦਾ ਉੱਤਰ ਨਾ ਮਿਲੇ ਅਤੇ ਬੰਦੇ ਨੂੰ ਬੜਾ
ਬੇਚੈਨੀ ਜੇ ਵੀ ਹੋ ਜਾਂਦੀ। ਤੇ ਆਹ ਗੱਲ ਹੈ ਕਿ ਮੈਨੂੰ ਸਾਰੀਆਂ ਸਹੂਲਤਾਂ ਰੱਬ ਨੇ ਦਿੱਤੀਆਂ, ਮਹਿਲਾਂ 'ਚ ਰਹਿਣਾ, ਕਿ ਇੰਨੀ ਠੰਡ ਆ, ਤੁਸੀਂ ਬਾਹਰ ਹੁੰਦੇ ਆ, ਤੁਹਾਡੀ ਰਾਤ ਕਿਹੋ ਜਿਹੀ ਗੁਜ਼ਰਦੀ। ਉਹ ਸੰਤ ਕਹਿੰਦੇ ਕੁਝ ਤਾਂ ਤੇਰੇ ਵਰਗੀ ਆ, ਕੁਝ ਤੇਰੇ ਨਾਲੋਂ ਚੰਗੀ ਆ। ਰਾਜਾ ਬੜਾ ਹੈਰਾਨ ਕਿ ਸੰਤ ਜੀ ਉਹ ਕਿਵੇਂ ਹੋ ਗਿਆ, ਮੈਂ ਮਹਿਲਾਂ 'ਚ ਹਾਂ, ਤੂੰ ਇੱਥੇ ਹੁੰਦਾ। ਕਹਿੰਦੇ ਤੂੰ ਪਹਿਲੀ ਰਾਤ ਸ਼ਰਾਬਾਂ ਕਬਾਬਾਂ ਨਾਚ ਮੁਜਰੇ ਦੇਖਦਾ, ਵਿਸ਼ੇ ਵਿਕਾਰਾਂ 'ਚ ਲੱਗੇ ਰਹਿੰਦੇ, ਉਹ ਤੇਰੀ ਵਿਅਰਥ ਜਾਂਦੀ। ਜਿਹੜੇ ਸੌ ਜਾਂਦਾ ਆ, ਚਾਹੇ ਬੈੱਡ 'ਤੇ ਪਿਆ ਚਾਹੇ ਢੀਮਾਂ 'ਤੇ ਪਿਆ, ਨੀਂਦ ਇੱਕੋ ਜਿਹੀ ਹੁੰਦੀ। ਤੂੰ ਮਾੜੇ ਕੰਮਾਂ 'ਚ ਪਿਆ, ਅਸੀਂ ਕੋਈ ਭਜਨ ਕਰਦੇ। ਉਹ ਸਾਡੀ ਜਿਹੜੀ ਹੈ ਤੇਰੇ ਨੂੰ ਚੰਗੀ ਗੁਜ਼ਰਦੀ। ਉਹ ਰਾਜੇ ਦੇ ਮਨ 'ਚ ਹੋਇਆ ਵੀ ਇਹਦਾ ਬੜਾ ਸ਼ਾਂਤ ਚਿੱਤ ਹੈ। ਉਹ ਕਰਿੰਦਿਆਂ ਨੂੰ ਕਹਿਣ ਲੱਗੇ, ਐਂ ਕਰਿਓ, ਇਹਦੇ ਸਾਰੇ ਕੱਪੜੇ ਲਾ ਕੇ ਇਹਨੂੰ ਯਮਨਾ ਦੇ ਠੰਡੇ ਪਾਣੀ 'ਚ ਸਾਰੀ ਰਾਤ ਖੜਾ ਰੱਖਿਓ। ਦੇਖੀਏ ਇਹਨੂੰ ਗੁੱਸਾ ਆਉਂਦਾ ਵੀ ਹੁਣ ਤਾਂ ਚਲੋ ਠੀਕ ਠਾਕ ਵੀ। ਉੱਥੇ ਖੜਾ ਰੱਖਿਆ ਅਤੇ ਫਿਰ ਰਾਜੇ ਨੇ ਬੁਲਾ ਕੇ ਪੁੱਛਿਆ, ਸੁਣਾਓ ਸੰਤ ਜੀ ਕਿਵੇਂ? ਕਹਿੰਦੇ ਬਹੁਤ ਆਨੰਦ ਰਿਹਾ, ਵੀ ਉਵੇਂ ਨੀਂਦ ਆ ਜਾਂਦੀ ਹੈ। ਜਲ ਧਾਰਾ ਕਰਦੇ ਰਹਿ ਅਤੇ ਪਾਣੀ ਵਿੱਚ ਭਜਨ ਕਰਨ ਦਾ ਫਲ ਜਿਹੜਾ ਉਹ ਵਧੇਰੇ ਹੁੰਦਾ। ਉਹਨੇ ਕਿਹਾ ਕਮਾਲ ਦੀ ਗੱਲ। ਇਸ ਕਰਕੇ ਜਿਹਨੂੰ ਇਹ ਗਿਆਨ ਵਿਰਾਗ ਰੂਪੀ ਨੇਤਰ ਮਿਲ ਜਾਂਦੇ ਆ, ਉਹਨੂੰ ਕੋਈ ਤਸੀਹੇ ਵੀ ਦੇਵੇ, ਸੰਕਟ ਵੀ ਦੇਵੇ, ਕਿਸ ਤਰ੍ਹਾਂ ਦੀ ਵੀ ਕੋਈ ਗੱਲਬਾਤ ਕਰੇ, ਉਹਦੇ ਅੰਦਰ ਐਸਾ ਸਹਿਜ ਵਾਲਾ ਭਾਵ ਪੈਦਾ ਹੋ ਜਾਂਦਾ ਹੈ, ਉਹ ਆਨੰਦ ਰਹਿੰਦਾ। ਅਸਲੀ ਉਹ ਬੰਦਾ ਸੁਜਾਖਾ ਹੈ, ਕਿਉਂਕਿ ਉਹਦੇ ਕੋਲ ਗਿਆਨ ਵਿਰਾਗ ਰੂਪੀ ਨੇਤਰ ਹੈ। ਹਰ ਵੇਲੇ ਉਹ ਆਤਮ ਚਿੰਤਨ ਕਰਦਾ ਹੈ ਅਤੇ ਬਿਰਤੀ ਅਨਾਤਮਾ ਘਰ ਨਹੀਂ ਹੁੰਦੀ, ਆਤਮਾ ਘਰ ਰਹਿੰਦੀ ਹੈ, ਜਿਹਦੇ ਕਰਕੇ ਉਹ ਆਨੰਦ ਹੈ। ਜਿਹੜਾ ਅਗਿਆਨੀ ਆਦਮੀ ਹੈ, ਉਹਦੀ ਬਿਰਤੀ ਸਦਾ ਹੀ ਅਨਾਤਮਕਾਰ ਆਤਮਾ ਨਾਲ ਟੁੱਟੀ ਰਹਿੰਦੀ ਹੈ। ਭਾਵੇਂ ਮਾਇਆ ਪਦਾਰਥ ਸਾਰੀਆਂ ਸੁੱਖ ਸੁਵਿਧਾ ਹੋਣ, ਫਿਰ ਵੀ ਉਹ ਕਲੇਸ਼ ਵਿੱਚ ਹੀ ਰਹਿੰਦਾ। ਐਸਾ ਬਚਨ ਸ੍ਰੀ ਗੁਰੂ ਅੰਗਦ ਸਾਹਿਬ ਜੀ ਕਿਰਪਾ ਕਰਕੇ ਸਮਝਾਉਂਦੇ ਹਨ। ਜੇਹਾ ਜਾਣੈ ਤੇਹੋ ਵਰਤੈ। ਅੱਜ ਇਹੋ ਜਿਹੀ ਉਹਨੂੰ ਬੁੱਧੀ ਦਿੱਤੀ ਹੈ, ਉਸੇ ਹਿਸਾਬ ਨਾਲ ਉਹ ਵਰਤੀ ਜਾਂਦਾ। ਜੇ ਕੋਈ ਸਿਆਣਾ ਅਕਲ ਵੀ ਦੇਵੇ, ਉਹਨੂੰ ਮੰਨਦਾ ਨਹੀਂ। ਉਹ ਇੱਕ ਵਾਰੀ ਕੋਈ ਮਹਾਂਪੁਰਖ ਬਰਾਜੇ ਹੋਏ ਸੀ, ਉਹ ਇੱਕ ਆ ਗਿਆ ਸੱਜਣ, ਉਹ ਆ ਕੇ ਉਹਨਾਂ ਦੇ ਪੈਰਾਂ ਨੂੰ ਮੱਥਾ ਟੇਕਣ ਲੱਗ ਪਿਆ। ਉਹ ਸੰਤ ਕਹਿੰਦੇ ਵੀ ਤੂੰ ਇਹ ਕੀ ਕਰ ਰਿਹਾ? ਕਿ ਮੈਂ ਤੜਕੇ ਪੇ ਉੱਠਣਾ ਸੀ, ਤੂੰ ਇਸ ਤਰ੍ਹਾਂ ਕੀਤਾ, ਵੀ ਕੋਈ ਅਕਲ ਕਰਿਆ ਕਰ। ਉਹ ਮੋਹਰਿਓਂ ਕਹਿੰਦਾ, ਅਕਲ ਕੁੱਤੀ ਕੌਣ ਹੁੰਦੀ ਜਿਹੜੀ ਖਾਲਸੇ ਦੇ ਨੇੜੇ ਆ ਜਾਏ? ਕਿ ਵੀ ਜਿਹੜਾ ਇਹੋ ਜਿਹਾ ਮੂਰਖ ਆ, ਉਹਨੂੰ ਦੱਸੋ ਕੌਣ ਸਮਝਾਏਗਾ? ਉਹ ਅਕਲ ਹੋਊਗਾ ਕਿ ਮੋਹਰਿਓਂ ਹਾਂ ਬੋਲਿਆ। ਇਸ ਤਰ੍ਹਾਂ ਦੇ ਜਿਹੜੇ ਮੂਰਖ ਲੋਕ ਹੁੰਦੇ ਹਨ, ਮੂਰਖਾਂ ਸਿਰ ਮੂਰਖ ਹੈ, ਜੇ ਮੰਨੈ ਨਾਹੀ ਨਾਉ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰੇ। ਮੂਰਖਾਂ ਦੇ ਸਰਦਾਰ ਮੂਰਖ ਹੁੰਦੇ ਆ, ਆਪਣੀ ਅਕਲ ਹੁੰਦੀ ਨਹੀਂ, ਦੂਏ ਦੀ ਅਕਲ ਲੈਂਦੇ ਨਹੀਂ। ਇਹਨਾਂ ਦੀ ਇਹ ਹਾਲਤ ਹੁੰਦੀ ਹੈ। ਜੇਹਾ ਜਾਣੈ ਤੇਹੋ ਵਰਤੈ। ਜਿਹੋ ਜਿਹਾ ਆਪਣੀ ਬੁੱਧੀ ਮੁਤਾਬਕ ਜਾਣਦੇ ਆ, ਆਪਣੇ ਅੰਦਰ ਫੁਰਨੇ ਆ, ਉਹਨਾਂ ਦੇ ਮੁਤਾਬਕ ਉਹ ਵਰਤਦੇ। ਕਿਸੇ ਸਿਆਣੇ ਦੀ ਅਕਲ ਲੈ ਕੇ ਨਹੀਂ ਤੁਰਦੇ। ਜਿਵੇਂ ਮੱਛੀ ਪੱਥਰ ਚੱਟ ਕੇ ਮੁੜਦੀ ਹੈ, ਉਹਨੂੰ ਡੰਡਾ ਪਵੇ ਫਿਰ ਤਾਂ ਭਾਵੇਂ ਮਾੜੀ ਮੋਟੀ ਸਮਝ ਆਵੇ, ਨਹੀਂ ਤਾਂ ਫਿਰ ਇਸ ਤਰ੍ਹਾਂ ਹੀ ਪੁੱਠੇ ਕੰਮ ਕਰਦੇ ਆ। ਇਹਨਾਂ ਦੀ ਉਮਰ ਗੁਜ਼ਰ ਜਾਂਦੀ ਹੈ। ਜੇ ਸੌ ਆਖੈ ਕੋਇ। ਭਾਵੇਂ ਕੋਈ ਸਿਆਣਾ ਬੰਦਾ 100 ਵਾਰੀ ਆਖੇ, ਇਹਨਾਂ ਨੇ ਕੋਈ ਮੱਤ ਕਿਸੇ ਦੀ ਲੈਣੀ ਥੋੜ੍ਹੀ ਆ, ਉਹਨਾਂ 'ਤੇ ਕੋਈ ਅਸਰ ਨਹੀਂ। ਕਿੰਨਾ ਮੀਂਹ ਪਈ ਜਾ, ਘੜਾ ਮੂੰਹਦਾ ਹੋਵੇ, ਹਰ ਜਗ੍ਹਾ ਖਾਲੀ ਨਾ। ਅਤੇ ਜਿਨ੍ਹਾਂ ਦੀ ਕੋਪਰੀ ਪੁੱਠੀ ਹੈ, ਜਿੰਨੀ ਮਰਜ਼ੀ ਮੱਤ ਦੇ ਦਿਓ, ਬਹੁਤ ਆਉਂਦੇ ਇਹੋ ਜਿਹੇ ਬੰਦੇ। ਮਹਾਰਾਜ ਸਾਡੇ ਬੱਚਿਆਂ ਨੂੰ ਸਮਝਾਓ, ਕਹਿਣਾ ਨਹੀਂ ਮੰਨਦੇ, ਨਸ਼ੇ ਕਰਦੇ ਆ।
ਤੇ ਮੈਂ ਕਿਹਾ ਵੀ ਮੇਰਾ ਕਹਿਣਾ ਕਿਵੇਂ ਮੰਨਣਗੇ? ਤੁਸੀਂ ਇਹਨਾਂ ਨੂੰ ਜਨਮ ਦਿੱਤਾ, ਇਹਨਾਂ ਨੂੰ ਪਾਲਿਆ, ਇਹਨਾਂ ਨੂੰ ਪੜ੍ਹਾਇਆ, ਇਹਨਾਂ 'ਤੇ ਕਿੰਨਾ ਖਰਚ ਕਰਦੇ, ਤੁਹਾਡਾ ਐਡਾ ਪਰਉਪਕਾਰ ਆ, ਇਹ ਤੁਹਾਡਾ ਕਹਿਣਾ ਨਹੀਂ, ਮੇਰਾ ਤਾਂ ਇਹਨਾਂ 'ਤੇ ਕੋਈ ਪਰਉਪਕਾਰ ਨਹੀਂ, ਮੇਰਾ ਕਹਿਣਾ ਕਿਵੇਂ ਮੰਨਣਗੇ? ਮਾਂ ਪਿਤਾ ਦਾ ਬਹੁਤ ਪਰਉਪਕਾਰ ਹੁੰਦਾ ਔਲਾਦ ਦੇ ਉੱਤੇ, ਪਰ ਉਹ ਵਿਚਾਰੇ ਭਟਕਦੇ ਫਿਰਦੇ। ਸੋ ਇਸ ਕਰਕੇ ਬਹੁਤ ਲੋਕ ਅੱਜ ਕੱਲ੍ਹ ਸਾਡੇ ਪੰਜਾਬ ਦਾ ਹਾਲ ਤਾਂ ਬਹੁਤ ਬੁਰਾ ਹੋਇਆ ਹੋਇਆ, ਅੱਖਾਂ ਨਾਲ ਦੇਖੀ ਜਾਂਦੇ, ਘਰ ਘਰ ਰੋਣਾ ਪਿੱਟਣਾ ਪਿਆ ਹੋਇਆ। ਕਿਸ ਤਰ੍ਹਾਂ ਜ਼ਿੰਦਗੀਆਂ ਲੋਕ ਬਰਬਾਦ ਕਰ ਰਹੇ, ਨਸ਼ਿਆਂ ਫੈਸ਼ਨਾਂ ਵੇਸ਼ਿਆਂ ਮਾੜੇ ਕੰਮਾਂ 'ਚ ਪੈ ਪੈ ਕੇ। ਅਖਬਾਰਾਂ ਰੋਜ਼ ਭਰੀਆਂ ਹੁੰਦੀਆਂ ਇਹਨਾਂ ਗੱਲਾਂ ਨੇ। ਸੋ ਮਹਾਰਾਜ ਸੱਚੇ ਪਾਤਸ਼ਾਹ ਸਮੱਤ ਦਿੰਦੇ, ਸਮਝਾਉਂਦੇ ਹਨ, ਜਿੱਥੈ ਸੋ ਵਸਤ ਨਾ ਜਾਪਈ। ਫਿਰ ਪੜ੍ਹੋ, ਜਿੱਥੈ ਸੋ ਵਸਤ ਨਾ ਜਾਪਈ। ਜਿੱਥੇ ਕਹਿੰਦੇ ਆਤਮਾ ਰੂਪੀ ਵਸਤੂ ਜਾਪੇ, ਜਾਣੀ ਨਹੀਂ ਜਾਂਦੀ। ਜਿੱਥੋਂ ਜਾ ਕੇ ਸਮਝ ਆਉਣੀ ਉਹ ਸੰਗਤ ਹੈ ਜਾਂਦੇ, ਉਹ ਸੰਗਤ ਵਿੱਚ ਜਾਂਦੇ। ਆਤਮਾ ਰੂਪੀ ਵਸਤੂ ਜਿੱਥੇ ਜਾ ਕੇ ਜਾਣਨੀ ਆ ਉੱਧਰ ਜਾਂਦੇ ਨਹੀਂ। ਅਤੇ ਜਿੱਥੋਂ ਆਤਮਾ ਰੂਪੀ ਵਸਤੂ ਦੀ ਜਾਣਕਾਰੀ ਪਛਾਣਕਾਰੀ ਪ੍ਰਾਪਤੀ ਨਹੀਂ ਹੁੰਦੀ, ਉੱਧਰ ਕੁਸੰਗਤ ਵਿੱਚ ਇਹ ਦਿਨ ਰਾਤ ਵਿਚਰਦੇ ਹਨ। ਆਪੇ ਵਰਤਾਓ ਜਾਣ। ਇਹੋ ਜਿਹਾ ਆਪਣਾ ਦਿਮਾਗ ਆ ਨਾ, ਉਹਦੇ ਅਨੁਸਾਰ ਵਰਤੋ। ਉਹ ਕਈ ਵਾਰੀ ਪਿਓ ਨੂੰ ਕਹਿੰਦੇ ਮੈਂ ਤੇਰਾ ਪਿਆ, ਤੂੰ ਮੈਨੂੰ ਅਕਲ ਕੀ ਦੇਣਾ? ਤੂੰ ਸਕੂਲ ਦੀਆਂ 4ਵੀਂ ਪੜ੍ਹਿਆ, ਮੈਂ ਡਿਗਰੀ ਕੀਤੀ ਹੋਈ ਆ, ਤੂੰ ਮੈਨੂੰ ਅਕਲ ਦੇ ਰਿਹਾ? ਮੂਹਰੋਂ ਹਾਂ ਪਿਓ ਨੂੰ ਸੁਣਾਉਂਦੇ 50 ਗੱਲਾਂ ਸੁਣਾਉਂਦੇ ਮੂਹਰੋਂ। ਉਹ ਜਿਹੋ ਜਿਹਾ ਉਹਨਾਂ ਦਾ ਆਪਣਾ ਦਿਮਾਗ ਪੁੱਠਾ ਨਾ, ਉਹਦੇ ਅਨੁਸਾਰ ਹੀ ਵਰਤਦੇ ਹਨ। ਨਾਨਕ ਗਾਹਕ ਕਿਉ ਲਏ। ਮਹਾਰਾਜ ਕਹਿੰਦੇ ਜੇ ਤਾਂ ਗਾਹਕ ਹੋਵੇ, ਬਿਨ ਗਾਹਕ ਗੁਣ ਵੇਚੀਏ ਤੋ ਗੁਣ ਸਹਿਗੋ ਜਾਏ। ਇਹ ਤਾਂ ਐਵੇਂ ਵਿਅਰਥ ਹੀ ਚਲੇ ਜਾਂਦਾ, ਗਾਹਕ ਹੀ ਹੈ। ਅਤੇ ਜੇ ਗਾਹਕ ਆ ਉਹੀ ਵਸਤੂ ਖਰੀਦੇਗਾ। ਉਹ ਕਹਿੰਦੇ ਰਾਜਾ ਜੈਪਾਲ ਸੀ ਮਾਰਵਾੜ ਦਾ, ਉਹਦੇ ਰਾਣੀ ਦੇ 12 ਲੜਕੀਆਂ ਨੇ ਜਨਮ ਮਿਲਿਆ, 12 ਲੜਕੀਆਂ ਜੰਮੀਆਂ। ਉਹ ਹੁਣ ਕਹਿੰਦਾ ਰਾਣੀ ਨੂੰ, ਜੇ 13ਵੀਂ ਲੜਕੀ ਜੰਮੀ ਨਾ, ਤੈਨੂੰ ਤੇ ਲੜਕੀਆਂ ਨੂੰ ਸਾਰਿਆਂ ਨੂੰ ਖਤਮ ਕਰ ਦੇਣਾ। ਅਤੇ ਦੱਸੋ ਹੁਣ ਇਹਦੇ 'ਚ ਘਰ ਵਾਲੀ ਦਾ ਵਿਚਾਰੀ ਦਾ ਕੀ ਕਸੂਰ ਹੈ? ਪਰ ਜਿਹਦੀ ਮੱਤ ਪੁੱਠੀ ਹੋਵੇ, ਰਾਜ ਮਦ ਹੰਕਾਰ ਜਿਹੜਾ, ਕਿ ਹੁਣ ਪਰਮੇਸ਼ਰ ਅੱਗੇ ਕੀ ਹੋ ਰਿਹਾ? ਉਹ ਲੜਕੀ ਫਿਰ 13ਵੀਂ ਵੀ ਲੜਕੀ ਜੰਮੀ। ਉਹ ਬੀਬੀ ਨੇ, ਰਾਣੀ ਨੇ ਗੋਲੀਆਂ ਦੇ ਨਾਲ ਸਲਾਹ ਮਸ਼ਵਰਾ ਕੀਤਾ ਵੀ ਤੁਸੀਂ ਇਹ ਗੱਲ ਦਾਈ ਨੂੰ ਕਿ ਆਊਟ ਨਹੀਂ ਕਰਨੀ, ਇਹ ਕਹਿਣਾ ਵੀ ਲੜਕਾ ਜੰਮਿਆ। ਉਹਨੂੰ ਸੀ ਵੀ ਮੇਰੀ ਹੁਣ ਮੌਤ ਖੜੀ ਆ ਸਾਹਮਣੇ, ਲੜਕੀਆਂ ਦੀ ਮੌਤ। ਉਹਨੇ ਸਾਰੇ ਜੀ ਇਹ ਗੱਲ ਕੀਤੀ ਵੀ ਲੜਕੇ ਦੇ ਜੀ ਸ਼ਹਿਜ਼ਾਦਾ ਹੋਇਆ, ਸ਼ਹਿਜ਼ਾਦਾ ਹੋਇਆ। ਲੜਕਾ ਜਾਣ ਕੇ ਪਾਲਿਆ। ਹੁਣ ਅਕਸਰ ਸਮਾਂ ਆਉਣਾ ਸੀ ਸ਼ਾਦੀ ਦਾ, ਇਹ ਗੱਲ ਵੱਜ ਵਜਾਈ ਹੋਈ। ਉਹ ਲੜਕੀ ਕੁਝ ਸਿਆਣੀ ਨਿਕਲੀ। ਉਹ ਕਹਿੰਦੀ ਵੀ ਮੇਰੇ ਪਿੱਛੇ ਮੇਰੀ ਮਾਂ ਨਾ ਮਾਰੀ ਜਾਏ ਜੇ ਗੱਲ ਲੀਕ ਆਊਟ ਹੋ ਗਈ। ਉਹ ਲੜਕੀ ਘਰੋਂ ਭੱਜ ਗਈ ਵੀ ਮੈਂ ਫਾਹਾ ਲੈ ਕੇ ਮਰ ਜਾਵਾਂ। ਹੁਣ ਜਿਹੜੇ ਜੰਗਲ ਵਿੱਚ ਚਲੇ ਗਏ ਅਤੇ ਮਰਨਾ ਵੀ ਬਹੁਤ ਔਖਾ। ਜਿਵੇਂ ਲਾਲੇ ਦਾ ਪੁੱਤ ਹੁੰਦਾ, ਮੈਂ ਲੱਗਾ ਕੋਠੇ ਤੋਂ ਛਾਲ ਮਾਰਨ, ਅਤੇ ਹੁਣ ਕੋਠੇ 'ਤੇ ਛਾਲ ਮਾਰਨ ਦਾ ਹੌਸਲਾ ਕੌਣ ਕਰੇ? ਉਹਦੇ ਘਰਦਿਆਂ ਨੂੰ ਡਰਾਉਂਦਾ ਹੁੰਦਾ ਨਾ, ਕਿ ਡਰ ਕੇ ਕੋਈ ਨਾ ਕੋਈ ਚੀਜ਼ ਦੇ ਦੇਣਗੇ। ਕਈ ਘਰਾਂ 'ਚ ਨਿਆਣੇ ਡਰਾਉਂਦੇ ਅਸੀਂ ਮਰ ਜਾਣਾ ਜੇ ਸਾਨੂੰ ਬਾਹਰ ਨਾ ਭੇਜਿਆ। ਉਹ ਡਰਦੇ ਹੀ ਕਰਜਾਈ ਹੋਈ ਜਾਂਦੇ ਆ। ਇਸ ਤਰ੍ਹਾਂ ਬਹੁਤ ਕੁਝ ਹੋ ਰਿਹਾ ਇੱਥੇ। ਡਰਦੇ ਮਾਰੇ ਵੀ ਕੀ ਕਰੀਏ ਜੀ, ਕਰਜ਼ੇ ਦੀ ਪੰਡ ਚੁੱਕ ਲੈਣੀ, ਉੱਥੇ ਬਾਹਰ ਜਾ ਕੇ ਵੀ ਕੰਮ ਨਹੀਂ ਕਰਦੇ, ਉਹ ਫਿਰ ਜ਼ਹਿਰਾਂ ਖਾ ਖਾ ਮਰਨ ਡਏ। ਆਹ ਕੁਝ ਬਹੁਤ ਹੋ ਰਿਹਾ। ਉਹ ਲੜਕੀ ਚਲੇ 'ਤੇ ਗਈ, ਉਹ ਦਰੱਖਤ 'ਤੇ ਚੜ੍ਹ ਕੇ ਬਹਿ ਗਈ ਅਤੇ ਛਾਲ ਮਾਰ ਕੇ ਮਰਾਂ। ਉਹ ਜਦ ਨੂੰ 2 ਮਹਾਂਪੁਰਖ ਆ ਗਏ। ਇੱਕ ਦਾ ਨਾਂ ਸੀ ਨਿਵਰਤੀਨਾਥ,
ਦੂਏ ਮਹਾਂਪੁਰਖ ਦਾ ਨਾਂ ਸੀ ਗਿਆਨੇਸ਼ਵਰ। ਉਹ ਭਗਤ ਨਾਮਦੇਵ ਜੀ ਦੇ ਗੁਰੂ ਸੀਗੇ। ਉਹ ਲੜਕੀ ਨੂੰ ਦੇਖਿਆ ਤੇ ਉਹ ਨਹੀਂ ਕਿਹਾ ਵੀ ਬੀਬਾ ਇੱਥੇ ਤੂੰ ਬੈਠੀ ਆ ਜੰਗਲ ਉਜਾੜ ਵਿੱਚ। ਉਹ ਉਤਰੀ ਤੇ ਕੁਝ ਸੰਸਕਾਰ ਚੰਗੇ ਸੀ ਪਿਛਲੇ ਜਨਮੰਤਰਾਂ ਦੇ। ਮਹਾਂਪੁਰਖ ਨੂੰ ਨਮਸਕਾਰ ਕੀਤੀ। ਸਾਰੀ ਅਸਲੀਅਤ ਜਿਹੜੀ ਗੱਲ ਸੀ ਉਹ ਦੱਸੀ ਵੀ ਆਹ ਗੱਲ। ਕਹਿੰਦੇ ਅੱਛਾ। ਉਹ ਸੰਤ ਗਿਆਨੇਸ਼ਵਰ ਕਹਿੰਦੇ ਹਾਂਜੀ ਆਓ ਬੇਟਾ। ਉਹ ਕਹਿੰਦੀ ਮਹਾਰਾਜ ਮੈਂ ਤਾਂ ਕੰਨਿਆ। ਕਹਿੰਦੇ ਨੇ ਬਸ ਪਰਮਾਤਮਾ ਦਾ ਹੁਕਮ ਹੋ ਗਿਆ। ਨਾਰੀ ਤੇ ਜੋ ਪੁਰਖ ਕਰਾਵੇ ਪੁਰਖਨ ਤੇ ਜੋ ਨਾਰੀ। ਉਹ ਪਰਮੇਸ਼ਰ ਦੀ ਬੇਅੰਤ ਲੀਲਾ। ਉਹ ਮਹਾਰਾਜ ਨੇ ਮਿਹਰ ਕਰਤੀ। ਫਿਰ ਉਹਦਾ ਲੜਕਾ ਜਾਣ ਕੇ ਵਿਆਹ ਕੀਤਾ। ਸੋ ਇਸ ਵਾਸਤੇ ਤੇ ਜੇ ਕਲਾ ਨਾਮ ਵਰਤਦੀ ਹੁਣ ਵੀ ਮਰਨਾ ਸੀ। ਜੇ ਘਰੇ ਰਹਿੰਦੀ ਸਾਰਿਆਂ ਦੀ ਜਿਹੜੇ ਖੜ ਦਿਮਾਗ ਆ ਉਹ ਹੁਣ ਇਹ ਤਾਂ ਸਮਝਦਾ ਨਹੀਂ ਕਿ ਮਾਤਾ ਪਿਤਾ ਬਿਨ ਬਾਲ ਨਾ ਹੋਈ, ਬਿੰਬ ਬਿਨ ਕੈਸੇ ਕੱਪੜੇ ਧੋਈ, ਜੀਲ ਬਿਨਾ ਕੈਸੇ ਬਜੇ ਰਬਾਬ। ਕਿ ਬੱਚੇ ਦਾ ਜਨਮ ਜਿਹੜਾ ਉਹਦਾ 'ਚ ਇਕੱਲਾ ਬੀਬੀ ਦਾ ਤਾਂ ਕਸੂਰ ਨਹੀਂ। ਉਹ ਤਾਂ ਜ਼ਿੰਮੇਵਾਰੀ ਉਨੀ ਪੁਰਸ਼ ਦੀ ਹੈ ਉਨੀ ਬੀਬੀ ਦੀ ਹੈ। ਅਤੇ ਜੇ ਬੀਬੀ ਵਿੱਚ ਸਾਰੇ ਦੋਸ਼ ਕੱਢੀ ਜਾਣ ਤਾਂ ਫਿਰ ਮੂਰਖਤਾ ਨਹੀਂ ਆਇਓ। ਪਰ ਹੁਣ ਜਿਹਦੇ ਦਿਮਾਗ ਦੀ ਖੋਪੜੀ ਪੁੱਠੀ ਹੋਵੇ ਪੁੱਠਾ ਸੋਚਦਾ ਸਿੱਧਾ ਨਹੀਂ ਨਾ ਸੋਚਦਾ। ਪਰ ਉਹ ਮਹਾਰਾਜ ਦੇਖੋ ਐਸਾ ਦਿਆਲੂ ਆ। ਅਤੇ ਜੇ ਉਹਦੀ ਕੋਈ ਸ਼ਰਨ ਲੈਂਦਾ ਹੈ ਉਹ ਫਿਰ ਲਾਜ ਵੀ ਰੱਖ ਲੈਂਦਾ ਹੈ। ਪਿੰਗਲ ਪਰਬਤ ਪਾਰ ਪਰੇ ਖਲ ਚਦਰਵ ਕੀਤਾ, ਅੰਦਰੇ ਤਿਰਪਣ ਸੋਝਿਆ ਗੁਰ ਭੇਟ ਪਨੀਤਾ। ਮਹਿਮਾ ਸਾਧੂ ਸੰਕੀ ਸੁਨੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ, ਨਿਰਮਲ ਭਏ ਚੀਤਾ। ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ। ਗੁਰੂ ਕੀ ਸ਼ਰਨ ਬੜੀ ਅਲੌਕਿਕ ਹੈ। ਭਾਈ ਬਾਲੇ ਦੀ ਜਨਮ ਸਾਖੀ 'ਚ ਵੀ ਐਸਾ ਪ੍ਰਸੰਗ ਆਇਆ ਹੈ। ਸੋ ਉਹ ਅਸਥਾਨ ਵੀ ਮਾਲਵੇ 'ਚ ਹੈ ਜਿੱਥੇ ਮਹਾਰਾਜ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਲੀਲਾ ਵਰਤਾਈ ਹੈ। ਬਹੁਤ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ। ਸੋ ਇਸ ਵਾਸਤੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਨਾਨਕ ਗਾਹਕ ਕਿਉ ਲਏ। ਜੇ ਕਹਿੰਦੇ ਗਾਹਕ ਨਾ ਬਣੇ ਫੇਰ ਤਾਂ ਉਹ ਵਸਤੂ ਲੈ ਨਹੀਂ ਸਕਦਾ। ਤੂੰ ਗਾਹਕ ਤਾਂ ਬਣਨਾ ਹੀ ਪਊ। ਹੁਣ ਬਾਜ਼ਾਰ ਚਲੇ ਜਾਏ ਦੁਕਾਨਾਂ ਸੌਦੇ ਨਾ ਭਰੀਆਂ ਅਤੇ ਮੱਲੋ ਮੱਲੀ ਥੋੜ੍ਹੀ ਅਗਲੇ ਸੁੱਟੀ ਜਾਂਦੇ। ਉਹ ਗਾਹਕ ਬਣੇਗਾ ਉਹ ਵਸਤੂ ਦਾ ਮੁੱਲ ਦੇਵੇਗਾ ਰੇਟ ਕਰਕੇ ਫਿਰ ਇਹ ਵਸਤੂ ਮਿਲੇਗੀ। ਉਵੇਂ ਭਾਵੇਂ ਉੱਥੇ ਸਾਰੇ ਬਾਜ਼ਾਰ 'ਚ ਘੁੰਮਦਾ ਫਿਰੇ ਆਪਣੇ ਆਪ ਕੀ ਮਿਲ ਜੂਗਾ? ਕੁਝ ਵੀ ਨਹੀਂ ਮਿਲਣਾ। ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ ਸਾਰਾ ਕੁਛ ਹੈਗਾ। ਜੇ ਗਾਹਕ ਬਣ ਕੇ ਆਏਗਾ ਨਾ ਫਿਰ ਤਾਂ ਮਿਲ ਜੂ। ਅਤੇ ਜੇ ਆ ਕੇ ਗੇੜੇ ਕੱਢਣੇ ਕਿਸੇ ਦਾ ਬੈਗ ਚੁੱਕ ਲਿਆ, ਕਿਸੇ ਦਾ ਮੋਬਾਈਲ ਕੱਢ ਲਿਆ, ਕਿਸੇ ਦੀ ਜੁੱਤੀ ਚੱਕ ਕੇ ਲੈ ਗਿਆ ਅਤੇ ਜੁੱਤੀ ਚੱਕਾਂ ਦੇ ਮੁੜ ਕੇ ਜੁੱਤੀਆਂ ਹੀ ਪੈਂਦੀਆਂ ਹੋਣੀਆਂ। ਜਿਹੋ ਜਿਹਾ ਕੰਮ ਕਰੇ ਫਿਰ ਉਹੋ ਜਿਹਾ ਫਲ ਮਿਲਣਾ ਜਿਹੜਾ ਬੀਜ ਬੀਜਿਆ। ਸੋ ਇਸ ਵਾਸਤੇ ਗਾਹਕ ਬਣੇ ਤੋਂ ਬਿਨਾਂ ਕਹਿੰਦੇ ਉਹ ਆਤਮਾ ਰੂਪੀ ਵਸਤੂ ਨਹੀਂ ਲੈ ਸਕਦਾ ਹੈ। ਸਕੈ ਨਾ ਵਸਤ ਪਛਾਣ। ਉਹ ਇਸ ਵਸਤੂ ਦੀ ਪਛਾਣ ਹੀ ਨਹੀਂ ਕਰਦਾ ਕਿਉਂਕਿ ਉਹਦੀਆਂ ਅੱਖਾਂ 'ਤੇ ਮੋਤੀਆ ਬਿੰਦ ਉਤਰਿਆ। ਅਤੇ ਜਦੋਂ ਅੱਖਾਂ 'ਤੇ ਪੜਦਾ ਆ ਜਾਏ ਅਤੇ ਸਾਹਮਣੇ ਕੋਈ ਚੀਜ਼ ਪਈ ਦਿਖੇ ਉਹਨੂੰ, ਜਿਨ੍ਹਾਂ ਦੀ ਬੁੱਧੀ ਅਤੇ ਅਗਿਆਨ ਦਾ ਪੜਦਾ ਹੋਇਆ ਉਹ ਨਾ ਵਸਤੂ ਪਛਾਣ ਸਕਦੇ ਆ ਨਾ ਵਸਤੂ ਦੀ ਖਰੀਦਦਾਰੀ ਕਰ ਸਕਦੇ ਆ। ਉਹਨਾਂ ਅੰਦਰ ਜਿਗਿਆਸਾ ਨਹੀਂ ਅਤੇ ਨਾ ਉਹਨਾਂ ਕੋਲ ਸ਼ਰਧਾ ਰੂਪੀ ਪੂੰਜੀ ਹੈ। ਪੂੰਜੀ ਬਿਨਾਂ ਸੌਦਾ ਮਿਲਦਾ ਨਹੀਂ। ਬਿਨ ਦਮ ਕੇ ਸੌਦਾ ਨਹੀਂ ਹਾਟ। ਬਾਣੀ ਕਹਿੰਦੀ ਦਮੜੇ ਤੋਂ ਬਿਨਾਂ ਹੱਟੀ ਤੋਂ ਸੌਦਾ ਕੀ ਮਿਲੇਗਾ। ਅਤੇ ਗੁਰੂ ਘਰ 'ਚ ਵੀ ਜੇ ਸ਼ਰਧਾ ਹੀ ਹੈ ਨਹੀਂ ਅਤੇ ਫਿਰ ਕੀ ਲਿਜਾਉਣਾ। ਅਤੇ ਜਿਨ੍ਹਾਂ ਦੀ ਸ਼ਰਧਾ ਉਹ ਸਾਰਾ ਕੁਝ ਹੀ ਪ੍ਰਾਪਤ ਕਰ ਲੈਂਦੇ ਹਨ। ਮਹੱਲਾ ਦੂਜਾ। ਦੂਸਰੇ ਪਾਤਸ਼ਾਹ ਜੀ ਅੱਗੇ ਹੋਰ ਕਿਰਪਾ ਕਰਦੇ ਹਨ। ਸੋ ਕਿਉ ਅੰਧਾ ਆਖੀਐ। ਕਹਿੰਦੇ ਉਹਨੂੰ ਅੰਨਾ ਕਿਵੇਂ ਕਿਹਾ ਜਾਏ। ਜੇ ਹੁਕਮਹੁ ਅੰਧਾ ਹੋਏ। ਜਿਹੜਾ ਪਰਮੇਸ਼ਰ ਦੇ ਹੁਕਮ 'ਚ ਹੀ ਅੰਨਾ ਹੋਇਆ। ਰੱਬ ਨੇ ਜਿਹਦੀ ਮੱਤ ਮਾਰੀ ਹੋਈ ਹੈ
ਤੂੰ ਹੁਣ ਬੰਦਾ ਸਿਆਖਾ ਕਿਵੇਂ ਗੁਰੂ ਨੂੰ ਮਤ ਕਿੱਥੋਂ ਦੇਵੇਗਾ। ਨਾਨਕ ਹੁਕਮ ਨਾ ਬੁਝਾਈ। ਐਸੇ ਜਿਹੜੇ ਮੂਰਖ ਲੋਕ ਆ ਉਹ ਹੁਕਮ ਨੂੰ ਨਹੀਂ ਬੁੱਝਦੇ। ਹੁਕਮ ਨਾ ਬੁੱਝਣ ਕਰਕੇ ਮਹਾਰਾਜ ਇੱਥੇ ਆਏ ਸੀ ਨਾ ਚੋਲਾ ਸਾਹਿਬ ਪੰਜਵੇਂ ਪਾਤਸ਼ਾਹ। ਇਹ ਪਿੰਡ ਦਾ ਨਾਮ ਸਤਸੰਗੀ ਉਹ ਭੈਣੀ ਸੀ ਪਹਿਲਾਂ। ਜਿਹੜੇ ਮਹਾਰਾਜ ਇੱਕ ਮਾਤਾ ਨੇ ਚੋਲਾ ਤਿਆਰ ਕੀਤਾ, ਚੌਲਾਂ ਦਾ ਜਿਹੜਾ ਆਟਾ ਉਹਨੂੰ ਘਿਓ ਦੇ ਵਿੱਚ ਗੁੰਨਿਆ, ਦੁੱਧ ਵਿੱਚ ਘਿਓ 'ਚ ਮਸਲ ਕੇ ਦੁੱਧ 'ਚ ਗੁੰਨ ਕੇ ਉਹਦਾ ਬਣਾ ਕੇ ਫਿਰ ਘਿਓ ਮਿੱਠਾ ਪਾ ਕੇ ਚੂਰਮਾ ਜਿਹਾ ਬਣਾ ਕੇ ਉਹਨੂੰ ਚੋਲਾ ਕਹਿੰਦੇ ਨੇ ਮਾਈਆਂ, ਉਹ ਲਿਆਂਦਾ। ਬਜ਼ੁਰਗ ਮਾਤਾ ਸੀ, ਸ਼ਰਧਾ ਬੁਰੀ ਸੀ ਕਿ ਮਹਾਰਾਜ ਛਕੋ। ਜੇਲੇ ਛਕਾਇਆ। ਮਹਾਰਾਜ ਤਾਂ ਮੌਜ ਹੀ ਹੈ। ਮਹਾਰਾਜ ਕਿਹੜੇ ਕੋਈ ਪਦਾਰਥਵਾਦੀ ਉਹ ਪਰਮਾਰਥਵਾਦੀ ਹੁੰਦੇ। ਕਹਿੰਦੀ ਮਾਤਾ ਇਹ ਬੜੀ ਸਵਾਦਿਸ਼ਟ ਚੀਜ਼ ਲਿਆਈ, ਕੀ ਹੈ ਇਹਦਾ ਨਾਂ ਕੀ ਹੈ? ਕਹਿੰਦੇ ਮਹਾਰਾਜ ਦਾ ਚੋਲਾ। ਕਹਿੰਦੇ ਅੱਛਾ ਇਹ ਪਿੰਡ ਦਾ ਨਾਂ ਕੀ ਹੈ? ਕਹਿੰਦੇ ਪਿੰਡ ਦਾ ਨਾਂ ਭੈਣੀ ਹੈ। ਮਹਾਰਾਜ ਕਹਿੰਦੇ ਨੇ ਵੀ ਇਹ ਨਾਂ ਸਾਡੇ ਤਾਂ ਪਸੰਦ ਨਹੀਂ, ਇਹ ਪਿੰਡ ਦਾ ਨਾਂ ਚੋਲਾ ਸਾਹਿਬ ਹੈ। ਉੱਥੇ ਇੱਕ ਮੂਰਖ ਸੀ, ਉਹ ਕਹਿੰਦੇ ਜੀ ਤੁਹਾਡੇ ਕਹਦੇ ਇਹ ਕਿਵੇਂ ਹੋ ਜਾਊਗਾ, ਸਰਕਾਰ ਦੇ ਕਾਗਜ਼ਾਂ ਵਿੱਚ ਭੈਣੀ ਨਾ ਹੈ। ਮਹਾਰਾਜ ਕਹਿਣ ਚੋਲਾ, ਉਹ ਮੋਰਿਓਂ ਭੈਣੀ 3 ਵਾਰੀ ਹੋਇਆ। ਮਹਾਰਾਜ ਕਹਿੰਦੇ ਪਾਗਲ ਕਹਿਣਾ ਨਹੀਂ ਮੰਨਦਾ। ਬਸ ਉਦੋਂ ਦਿਮਾਗ ਜਿਹੜਾ ਸੀ ਫਿਰ ਗਿਆ। ਤੇ ਉਹ ਕਹਿੰਦੇ ਮਹਾਰਾਜ ਕਹਿੰਦੇ ਵੀ ਹੁਣ ਤਾਂ ਵਚਨ ਨਿਕਲ ਗਿਆ। ਉਹ ਪਿੰਡ ਦੇ ਪੰਚਾਂ ਨੂੰ ਕਿਹਾ, ਉਦੋਂ ਸਰਹੰਦ ਮਾਮਲਾ ਤਾਰਨ ਜਾਂਦੇ ਸੀ। ਸਾਰੇ ਹਿੰਦੁਸਤਾਨ ਦਾ ਸਿਰ ਸਰਤਾਜ 52 ਪਰਗਣੇ ਦੇ ਅਧੀਨ ਸੀ, ਐਡਾ ਵੱਡਾ ਸੂਬਾ ਸੀ ਉਹ। ਸੋ ਇਸ ਵਾਸਤੇ ਜਲੇ ਗਏ। ਉਹ ਕਹਿੰਦੇ ਪੈਂਚੋ ਮਾਮਲਾ ਨਹੀਂ ਤਾਰਦੇ। ਕਹਿੰਦੇ ਜੀ ਸਾਡੇ ਪਿੰਡ ਦੇ ਨਾਂ 'ਤੇ ਆਵਾਜ਼ ਨਹੀਂ ਪਈ। ਕਹਿੰਦੇ ਤੁਹਾਡਾ ਪਿੰਡ ਕਿਹੜਾ? ਕਹਿੰਦੇ ਸਾਡਾ ਪਿੰਡ ਹੈਗਾ ਚੋਲਾ। ਕਹਿੰਦੇ ਕੋਈ ਅਕਲ ਦੀ ਗੱਲ ਕਰੋ, ਤੁਸੀਂ ਹਮੇਸ਼ਾ ਆਉਂਦੇ ਜਾਂਦੇ ਰਹੇ ਆ, ਤੁਸੀਂ ਸਾਨੂੰ ਜਾਣਦੇ, ਅਸੀਂ ਤੁਹਾਨੂੰ ਜਾਣਦੇ ਹਾਂ। ਅਤੇ ਚੋਲੇ ਨਾਂ ਦਾ ਤਾਂ ਸਾਰੇ ਰਾਜ ਵਿੱਚ ਹੀ ਪਿੰਡ ਹੈ ਨਹੀਂ, ਕੋਈ ਨਵਾਂ ਪਿੰਡ ਬਸਿਆ ਤਾਂ ਦੱਸ ਦਿਓ। ਕਹਿੰਦੇ ਨਹੀਂ ਜੀ ਸਾਡੇ ਪਿੰਡ ਦਾ ਨਾਂ ਚੋਲਾ। ਕਹਿੰਦੇ ਤੁਸੀਂ ਤਾਂ ਭੈਣੀ ਦੇ ਆ। ਕਹਿੰਦੇ ਦੇਖੋ ਜਿਹੜੇ ਉਹ ਰਜਿਸਟਰ ਪਰੋਲੇ ਕਾਗਜ਼ਾਤ ਗੌਰਮੈਂਟ ਦੇ ਮਾਲ ਮਹਿਕਮੇ ਦੇ ਸਾਰੇ ਚੋਲਾ 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 ਹੀ ਨਿਕਲੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਉਹ ਮੂਰਖ ਇਸ ਤਰ੍ਹਾਂ ਇੱਥੇ ਆ ਰਾਏਪੁਰ ਪਿੰਡ ਆ ਜਲੰਧਰ 'ਚ। ਉਹ ਪਿੰਡ ਦਾ ਨਾਂ ਸਿਰਖੁੱਥੀ ਸੀ। ਅਤੇ ਮਹਾਰਾਜ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਚਰਨ ਪਾਏ। ਉਹ ਨਗਰ ਦੇ ਲੋਕ ਬੜੇ ਪ੍ਰੇਮੀ, ਸੇਵਾ ਬੜੀ ਕੀਤੀ। ਮਹਾਰਾਜ ਬੜੇ ਖੁਸ਼ ਹੋਏ। ਕਹਿੰਦੇ ਉਹ ਪਿੰਡ ਦਾ ਨਾਂ ਕੀ ਹੈ? ਕਹਿੰਦੇ ਸਿਰਖੁੱਥੀ। ਕਹਿੰਦੇ ਵੀ ਇਹ ਤਾਂ ਬਹੁਤ ਭੈੜਾ ਨਾਂ, ਮੇਰਾ ਸਿਰ ਖੋਇਆ ਗਿਆ, ਮੇਰਾ ਸਿਰ ਫੁੱਟਿਆ ਗਿਆ। ਕਹਿੰਦੇ ਮਹਾਰਾਜ ਹੁਣ ਕੀ ਕਰੀਏ, ਬੁੜਿਆਂ ਤੋਂ ਐਵੇਂ ਤੁਰਿਆ ਆਉਂਦਾ। ਮਹਾਰਾਜ ਕਹਿੰਦੇ ਨਹੀਂ, ਅੱਜ ਤੋਂ ਇਹ ਪਿੰਡ ਦਾ ਨਾਮ ਰਾਏਪੁਰ ਹੈ। ਉਹ ਵੀ ਜਦੋਂ ਮਾਮਲਾ ਤਾਰਨ ਕਰ ਇਵੇਂ ਕਿਵੇਂ ਹੋਇਆ, ਸਾਰੇ ਰਾਏਪੁਰ ਰਾਏਪੁਰ ਰਾਏਪੁਰ। ਕਿਉਂ? ਮਹਾਰਾਜ ਦੇ ਬਚਨ ਜਿਹੜੇ ਸਮਰੱਥ ਰਸਨਾ ਤੋਂ ਬਚਨ ਕੱਢਿਆ ਅਤੇ ਸਰਕਾਰੀ ਕਾਗਜ਼ਾਂ 'ਚ ਵੀ ਲੈ ਲਿਆ, ਰਾਏਪੁਰ ਰਾਏਪੁਰ ਪ੍ਰਿੰਟ ਹੋ ਗਏ। ਸਾਡੇ ਸੰਤ ਧੰਨ ਧੰਨ ਬਾਬਾ ਕਰਮ ਸਿੰਘ ਮਹਾਰਾਜ ਹੋਤੀ ਮਰਦਾਨ ਵਾਲੇ ਭਜਨ ਕਰਦੇ ਸੀ। ਨਿੰਦਕ ਨਾਲ ਹੀ ਹੈ, ਗੁਲਾਬ ਦੇ ਫੁੱਲਾਂ ਵੀ ਕੰਡੇ, ਇਹ ਜੀ ਡੀਟੀ ਨਹੀਂ ਫਲਾਨਾ ਝਮਕੜਾ। ਇਹ ਹੁੰਦਾ ਵੀ ਮੇਰੇ ਤੋਂ ਵੱਡੇ ਅਫਸਰ ਨਾ ਬਣ ਜਾਣ। ਉਹ ਭਜਨ 'ਚ ਕਹਿੰਦੇ ਦੇਖੋ ਜੀ ਉੱਥੇ ਬੈਠੇ ਉਹ ਅਫਸਰ ਆਇਆ ਅਤੇ 10ਵੇਂ ਪਾਤਸ਼ਾਹ ਨੇ ਕਿਹਾ ਮੇਰਾ ਅੰਮ੍ਰਿਤਧਾਰੀ ਸਿੰਘ ਆ, ਇਹ ਮੇਰੇ ਧਿਆਨ 'ਚ ਬੈਠਾ ਅਤੇ ਹੁਣ ਲਾਜ ਰੱਖਣੀ ਫਰਜ਼ ਬਣਦੀ, ਆਪਣੇ ਸੇਵਕੀ ਆਪੇ ਰੱਖਿਆ ਆਪੇ ਨਾਮ ਜਪਾਵੇ। ਅਤੇ ਮਹਾਰਾਜ ਨੇ ਧੰਨ ਧੰਨ ਬਾਬਾ ਕਰਮ ਸਿੰਘ ਹੋਤੀ ਮਰਦਾਨ ਰੂਪ ਧਾਰ ਕੇ ਅਤੇ ਗਨ ਫੜ ਕੇ ਪੂਰਾ ਸਾਰਾ ਡਿਊਟੀ ਨਿਭਾਈ। ਉਹ ਅਫਸਰ ਨੇ ਝਾੜ ਪਾਈ, ਕਹਿੰਦੇ ਉਹ ਤੁਸੀਂ ਕਹਿੰਦੇ ਡਿਊਟੀ ਨਹੀਂ, ਮੈਂ ਤਾਂ ਆਪ ਹਾਜ਼ਰੀ ਲਾ ਕੇ ਆਇਆ। ਅਤੇ ਜਿਹੜੇ ਬਾਬਾ ਜੀ ਸਮਾਧੀ ਤੋਂ ਉੱਠੇ, ਖਿਆਲ ਆਇਆ ਵੀ ਮੈਂ ਜਾਣਾ ਸੀ। ਕਹਿੰਦੇ ਸਾਹਿਬ ਮੈਂ ਅੱਜ ਆਇਆ ਨਹੀਂ। ਕਹਿੰਦੇ ਮੈਂ ਤਾਂ ਖੁਦ ਹਾਜ਼ਰੀ ਲਾ ਕੇ ਆਇਆ। ਉਹ ਨਹੀਂ ਦੇਖਿਆ ਵੀ ਇਹ ਕੌਣ, ਇਹ ਤਾਂ 10ਵੇਂ ਪਾਤਸ਼ਾਹ ਮੇਰੇ ਤਾਂ ਪਹਿਰਾ ਦੇਗਾ। ਕਹਿੰਦੇ ਮੇਰਾ ਨਾਂ ਕੱਟ ਦਿਓ। ਕਹਿੰਦੇ ਤੁਹਾਡੇ ਵਰਗੇ ਨੇਕ ਪੁਰਖ ਦਾ ਨਾਂ ਨਹੀਂ ਕੱਟਣਾ, ਵੱਡਾ ਅਹੁਦਾ ਦੇ ਦਿੰਦੇ ਹਾਂ, DTV ਮਾਫ, ਬੰਦਗੀ ਕਰੋ।
ਉਹ ਕਹਿੰਦੇ ਬਿਲਿਆ ਹੁਣ ਜਨ ਮੇਰੀ ਜਗ੍ਹਾ ਪਹਿਰਾ ਤਾਂ ਹੁਣ ਤਾਂ ਉਹਦੀ ਡਿਊਟੀ ਕਰੂੰਗਾ, ਉਹਦੀ ਨੌਕਰੀ ਕਰੂੰ, ਤੁਹਾਡੇ ਰਿਕਾਰਡ 'ਚ ਸਾਡਾ ਨਾਂ ਹੀ ਹੈ ਨਹੀਂ। ਉਹ ਮਿਹਰ ਛਾਉਣੀ 'ਚ ਕਾਗਜ਼ ਹਾਲੇ ਵੀ ਪਏ ਆ, ਉੱਥੇ ਨਾਂ ਹੀ ਨਹੀਂ ਲੱਗਿਆ। ਅਤੇ ਜਿੱਥੇ ਉਹ ਫੌਜ ਜਾਂਦੀ ਹੈ ਉਹ ਧੰਨ ਧੰਨ ਬਾਬਾ ਕਰਮ ਸਿੰਘ ਦੇ ਨਾਂ 'ਤੇ ਗੁਰਦੁਆਰਾ ਉਹਨਾਂ ਦਾ ਹੁੰਦਾ ਫੌਜ ਦਾ। ਅਤੇ ਜਦੋਂ ਸਾਰਾ ਦੀਵਾਨ ਦੀ ਸਮਾਪਤੀ ਹੁੰਦੀ ਹੈ, ਉਹ ਜਕਾਰਾ ਹੀ ਇਹ ਛੱਡਦੇ ਫੌਜ ਵਾਲੇ, ਬੋਲ ਬਾਬਾ ਕਰਮ ਸਿੰਘ ਤੇਰੇ ਨਾਮ ਦੀ ਜੈ। ਹਾਲੇ ਵੀ ਚੱਲ ਰਿਹਾ, ਜਿੱਥੇ ਜਾਂਦੀ ਆ ਉਹ ਫੌਜ, ਉਹਨਾਂ ਦੇ ਤੰਬੂਆਂ 'ਚ ਗੁਰਦੁਆਰੇ ਹੁੰਦੇ ਨੇ, ਉਹਨੇ ਇਹੀ ਬੋਲਣਾ, ਹਾਲੇ ਵੀ ਉਹ ਪਲਟਨ ਉਹਨਾਂ ਦੇ ਨਾਂ 'ਤੇ ਚੱਲਦੇ। ਕਹਿਣ ਤੋਂ ਭਾਵ ਜਿਹੜੇ ਕਮਾਈ ਕਰਦੇ ਆ, ਪਰਮਾਤਮਾ ਉਹਨਾਂ ਦੀ ਲਾਜ ਰੱਖਦਾ। ਹਾਂਜੀ, ਨਾਨਕ ਹੁਕਮ ਨਾ ਬੁਝਾਈ। ਜਿਹੜੇ ਮੂਰਖ ਬੰਦੇ ਆ ਉਹ ਗੁਰੂ ਦੇ ਹੁਕਮ ਦੀ ਮਹਾਨਤਾ ਨੂੰ ਨਹੀਂ ਬੁੱਝਦੇ ਹਨ। ਅੰਧਾ ਕਹੀਐ ਸੋਇ, ਅਸਲੀ ਅੰਨੇ ਉਹ ਅਗਿਆਨੀ ਹਨ। ਪੌੜੀ। ਹਾਂਜੀ, ਪਾਤਸ਼ਾਹ ਹੋਰ ਬਖਸ਼ਿਸ਼ ਕਰਦੇ ਹਨ। ਕਾਇਆ ਅੰਦਰ ਗੜ ਕੋਟ ਹੈ। ਇਹ ਕਾਇਆ ਸਰੀਰਕ ਗੜ ਕਿਲਾ, ਇਹਦੇ ਅੰਦਰ ਸੂਖਮ ਸਰੀਰ ਹੈ, ਕਾਰਨ ਸਰੀਰ ਹੈ, ਅੰਤਸ਼ਕਰਨ ਬਣਿਆ ਹੋਇਆ, ਮਨਬੁੱਧ ਚਿਤ ਹੰਕਾਰ, ਔਰ ਕਿੰਨੀਆਂ ਕੋਠੜੀਆਂ ਡਾਕਟਰ ਲੋਕ ਵੀ ਅੱਜ ਮੰਨਦੇ ਆ। ਅਤੇ ਹਠਯੋਗ ਗੋਰਖਨਾਥ ਨੇ ਸਾਰਾ ਹੀ ਇਹਦੇ ਬਾਰੇ ਦੱਸਿਆ, ਗੁਰੂ ਮਹਾਰਾਜ ਨੇ ਵੀ ਬਾਣੀ 'ਚ ਸਾਰਾ ਦਰਸਾਇਆ ਹੋਇਆ ਹੈ। ਸਭ ਦਿਸੰਤਰ ਦੇਸਾ। ਸਾਰੇ ਦੇਸ਼ ਇਹਦੇ ਅੰਦਰ ਹੀ ਹੈ। ਔਰ ਇਸ ਕਰਕੇ ਆ ਜਿਹੜੀਆਂ ਸਾਡੀਆਂ ਇੰਦਰੀਆਂ ਆ, ਔਰ ਸਾਡੇ ਅੰਦਰ 9 ਗੋਲਕਾਂ ਆ, 10 ਇੰਦਰੀਆਂ ਆ, 10ਵਾਂ ਦੁਆਰ ਵਗੈਰਾ ਹੈਗਾ, ਔਰ ਇਹਦੇ ਅੰਦਰ ਹੀ ਸਾਰੀ ਤਰ੍ਹਾਂ ਦੇ ਸਕਲ ਫੁਰਨੇ ਜੋ ਚੀਜ਼ ਵੀ ਆ। ਜਿਵੇਂ ਹੁਣ ਦੇਖੋ, ਟੀਚਰ, ਪ੍ਰੋਫੈਸਰ, ਪ੍ਰਿੰਸੀਪਲ ਵਿੱਦਿਆ ਪੜ੍ਹਾਉਂਦਾ, ਅਤੇ ਜਿਹਦਾ ਦਿਮਾਗ ਨਹੀਂ ਉਹਨੂੰ ਕੀ ਕਰੂ? ਵਿੱਦਿਆ ਅੰਦਰ ਹੀ ਹੁੰਦੀ ਹੈ। ਜਿਵੇਂ ਲੱਕੜ 'ਚ ਅੱਗ ਹੁੰਦੀ, ਜਗਾਉਣੀ ਪੈਂਦੀ ਹੈ, ਪ੍ਰਗਟ ਕਰਨੀ ਪੈਂਦੀ ਹੈ। ਇਹ ਸਾਰਾ ਕੁਛ ਪਰਮਾਤਮਾ ਨੇ ਇਹ ਸਰੀਰ ਰੂਪੀ ਕਿਲੇ ਦੇ ਅੰਦਰ ਰੱਖਿਆ ਹੋਇਆ। ਇਹ ਚੀਜ਼ ਨੂੰ ਸਿਆਣਾ ਜਿਹੜਾ ਚੰਗਾ ਜਾਗ ਲਾ ਕੇ ਪ੍ਰਗਟ ਕਰ ਦਿੰਦਾ। ਜਿਵੇਂ ਦੁੱਧ ਵਿੱਚ ਦਹੀਂ ਮੱਖਣ ਹੈਗਾ, ਜਾਗ ਲਾਉਣ ਨਾਲ ਵਿਧੀ ਨਾਲ ਪ੍ਰਗਟ ਹੁੰਦਾ। ਇਸ ਤਰ੍ਹਾਂ ਬੁੱਧੀ ਦੇ ਅੰਦਰ ਉਸ ਪਰਮਾਤਮਾ ਨੇ ਸਾਰਾ ਕੁਝ ਰੱਖਿਆ ਹੋਇਆ। ਚੰਗਾ ਜਾਗ ਲਾ ਜਾਏ ਅਤੇ ਬਹੁਤ ਪਦਾਰਥ, ਅਤੇ ਜੇ ਉਹੋ ਜਿਹਾ ਹੋ ਜਾਏ, ਵਿਗੜਿਓ ਚਾਟਾ ਦੁੱਧ ਕਾ ਕਾਂਜੀ ਕੀ ਚੁੱਕਾ, ਫਿਰ ਤਾਂ ਫੁੱਟ ਜਾਂਦਾ, ਅਤੇ ਨਿਕਲਣਾ ਨੁਕਾਉਣਾ ਕੀ। ਅਤੇ ਜਿਨ੍ਹਾਂ ਦੀ ਬੁੱਧ ਫੁੱਟ ਜਾਂਦੀ ਆ, ਉੱਥੇ ਨਿਕਲਣ ਨੁਕਾਉਣ ਨੂੰ ਕੁਛ ਨਹੀਂ। ਜਿਹੜੇ ਸਿਆਣੇ ਬੰਦੇ ਆ, ਇਸ ਬੁੱਧੀ ਦੀ ਬਰਕਤ ਨਾਲ ਕਿੰਨਾ ਕੁਛ ਪ੍ਰਗਟ ਕਰ ਲੈਂਦੇ ਇਸ ਇਨਸਾਨ ਨੇ। ਰੇਲਾਂ, ਬੱਸਾਂ, ਹਵਾਈ ਜਹਾਜ਼, ਸਮੁੰਦਰਾਂ ਦੇ ਪੁਲ ਬੰਨੀ ਫਿਰਦਾ। ਅੱਜ ਕੱਲ੍ਹ ਕੰਪਿਊਟਰ ਦੇ ਲੋ, ਇੱਥੇ ਬੈਠੇ ਜਿੱਥੇ ਮਰਜ਼ੀ ਗੱਲਾਂ, ਜਿੱਥੇ ਮਰਜ਼ੀ ਫੈਕਸਾਂ ਫੂਕਸਾਂ, ਚਿੱਠੀਆਂ ਪੱਤਰ, ਈਮੇਲਾਂ। ਇਹ ਬੰਦੇ ਦੇ ਦਿਮਾਗ ਦੀਆਂ ਕਾਢਾਂ ਹੈਗੀਆਂ। ਇਹਦੇ ਅੰਦਰ ਕਿੰਨਾ ਇਸ ਤਰ੍ਹਾਂ ਆਤਮਾ ਪਰਮਾਤਮਾ ਦੇ ਮਿਲਾਪ ਵਾਲੀ ਗੱਲ ਵੀ ਇਹਦੇ ਅੰਦਰ ਰੱਖੀ ਹੋਈ ਹੈ। ਉਹ ਫਿਰ ਜਿਹੜੇ ਉਹੋ ਜਿਹਾ ਵਿਗਿਆਨੀ, ਆਤਮਾ ਗਿਆਨੀ ਹੈ, ਉਹਨਾਂ ਦੀ ਸੰਗਤ ਔਰ ਦੱਸੇ ਹੋਏ ਰਸਤੇ ਦੇ ਕਮਾਈ ਕਰਕੇ ਉਹ ਚੀਜ਼ਾਂ ਵੀ ਪ੍ਰਗਟ ਹੋ ਜਾਂਦੀਆਂ ਹਨ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜੀ ਕਾਇਆ, ਇਹ ਕੋਟ ਕਿਲਾ ਗੜ੍ਹ ਬਣਿਆ ਹੋਇਆ ਹੈ। ਸਭ ਦਿਸੰਤਰ ਦੇਸਾ। ਸਾਰੇ ਦੇਸ ਦਸਾਂਤਰਾਂ ਦਾ ਮਾਲਕ ਪਰਮਾਤਮਾ ਵੀ ਇਹਦੇ ਅੰਦਰ ਨਿਵਾਸ ਕਰਦਾ ਹੈ। ਸਾਰੀਆਂ ਦੇਸ਼ੀਆਂ ਦਾ ਔਰ ਦਸਾਂਤਰਾਂ ਦਾ ਗਿਆਨ ਦੇਣ ਵਾਲਾ ਵੀ ਹੈ। ਆਪੇ ਤਾੜੀ ਲਾਈ ਅਨ। ਆਪੇ ਕੇ ਵੀ ਨਿਰਗੁਣ ਸਰੂਪ ਹੋ ਕੇ ਤਾੜੀ ਸਮਾਧੀ ਲਾ ਕੇ ਆਪਣੇ ਆਪ ਵਿੱਚ ਹੀ ਵਰਤਦਾ ਹੈ। ਸਭ ਮਹਿ ਪਰਵੇਸਾ। ਸਾਰਿਆਂ 'ਚ ਆਤਮਾ ਕਰਕੇ ਪ੍ਰਵੇਸ਼ ਹੋਇਆ। ਕਈ ਵਾਰੀ ਫਿਰ ਫੁਰਨੇ ਨਾਲ ਖੰਡਾਂ ਬ੍ਰਹਿਮੰਡਾਂ ਦੀ ਰਚਨਾ ਵੀ ਕਰ ਲੈਂਦਾ, ਦੇਸ਼ ਦਸਾਂਤਰਾਂ ਦੀ ਰਚਨਾ ਵੀ ਕਰ ਲੈਂਦਾ ਹੈ। ਆਪੇ ਸ੍ਰਿਸ਼ਟ ਸਾਜੀਅਨ। ਆਪੇ ਆਪਣੇ ਫੁਰਨੇ ਤੋਂ ਸ੍ਰਿਸ਼ਟੀ ਦੀ ਸਿਰਜਣਾ ਕਰਦਾ ਹੈ। ਆਪ ਗੁਪਤ ਰਖੇਸਾ। ਆਪਣੇ ਆਪ ਨੂੰ ਗੁਪਤ ਰੱਖੀ ਬੈਠਾ। ਕਈ ਕਹਿੰਦੇ ਰੱਬ ਨਹੀਂ ਮਿਲਿਆ, ਰੱਬ ਤਾਂ ਸਾਰਿਆਂ ਨੂੰ ਮਿਲਿਆ ਹੋਇਆ।
ਸਾਰਿਆਂ ਦੇ ਅੰਦਰ ਹੈ, ਮਿਲਿਆ ਵੀ ਨਹੀਂ ਮਿਲ ਰਿਹਾ ਹੈ, ਸਾਰਿਆਂ ਦੇ ਅੰਦਰ ਉਹਦੀ ਜੋਤ ਹੈ। ਚੀਟੀ ਦੇ ਕੁੰਚਰ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਲੱਕੜ ਵਿੱਚ ਅੱਗ ਮਿਲੀ ਹੈ, ਦੁੱਧ ਵਿੱਚ ਘੀ ਮਿਲਿਆ ਹੋਇਆ, ਫੁੱਲਾਂ ਦੀ ਸੁਗੰਧੀ ਮਿਲੀ ਹੈ, ਜੁਗਤੀ ਨਾ ਨਿਕਲਦੀ ਹੈ। ਇਸ ਤਰ੍ਹਾਂ ਰੱਬ ਸਾਰਿਆਂ ਨੂੰ ਮਿਲਿਆ ਹੋਇਆ। ਜੇ ਕਹੀਏ ਰੱਬ ਨਹੀਂ ਮਿਲਿਆ, ਇਹ ਗੱਲ ਗਲਤ ਹੈ। ਮਿਲਿਆ ਹੋਇਆ ਵੀ ਨਹੀਂ ਮਿਲਦਾ, ਕਿਉਂਕਿ ਸਾਡੀ ਬੁੱਧੀ ਦੇ ਉੱਤੇ ਆਵਰਣ ਪੜਦੇ ਇੰਨੇ ਆ ਗਏ ਆ, ਉਹ ਹੁੰਦਾ ਹੋਇਆ ਨਜ਼ਰ ਨਹੀਂ ਆਉਂਦਾ। ਜਿਉਂ-ਜਿਉਂ ਮਹਾਂਪੁਰਖਾਂ ਦੇ ਦੱਸੇ ਹੋਏ ਢੰਗ ਦੇ ਨਾਲ ਗੁਰ ਸ਼ਬਦ ਦੀ ਜਾਂ ਹੋਰ ਜਿਹੜੀਆਂ ਕੇਸ਼ ਨਾ ਦਿੰਦੇ ਕਮਾਈ ਕਰਦੇ ਆ, ਅਤੇ ਅੰਦਰੋਂ ਹੀ ਮਿਲ ਜਾਂਦਾ। ਕਿਉਂਕਿ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾ, ਏਕ ਸ਼ਬਦ ਮੇਰੇ ਪ੍ਰਾਨ ਵਸਦਾ ਬੌੜ ਜਨਮ ਨਾ ਆਵਾ ਮਨ। ਕਿਉਂਕਿ ਹਰ ਮੰਦਰ ਇਹੋ ਸਰੀਰ ਹੈ ਜਿੱਥੋਂ ਹਰ ਜਾਤਾ। ਇਹ ਸਰੀਰ ਹਰੀ ਦਾ ਬਣਾਇਆ ਹੋਇਆ ਹਰਮੰਦਰ ਹੈ। ਜਦੋਂ ਗੁਰ ਸ਼ਬਦ ਦੀ ਕਮਾਈ ਕਰਾਂਗੇ ਅਤੇ ਅੰਦਰੋਂ ਹੀ ਜਾਣਿਆ ਜਾਣਾ, ਬਾਹਰ ਥੋੜ੍ਹੀ ਹੈ। ਬਾਬਾ ਫਰੀਦ ਸਾਹਿਬ ਕਹਿੰਦੇ ਪਿੱਡਾ ਜੰਗਲ ਜੰਗਲ ਕਿਆ ਭਵੈ, ਬਣ ਕੰਡਾ ਮੋੜੈ, ਬਸੀ ਰੱਬ ਹਿਆਲੀਆ ਜੰਗਲ ਕਿਆ ਢੂੰਡੈ। ਇਹ ਤਾਂ ਕਮਾਈ ਨਾਲ ਚੀਜ਼ਾਂ ਪ੍ਰਾਪਤ ਹੋਣ ਵਾਲੀਆਂ ਗੱਲਾਂ ਬਾਤਾਂ ਨਹੀਂ। ਕਥਾ ਵਾਰਤਾ ਨਾਲ ਸੁਣਨੇ ਨਾਲ ਤੁਹਾਨੂੰ ਉਤਸ਼ਾਹ ਪੈਦਾ ਹੋਵੇਗਾ, ਸ਼ੌਕ ਜਾਗੇਗਾ, ਪਰ ਕਮਾਈ ਕਰਨੀ ਪੈਣੀ ਹੈ। ਕਮਾਈ ਤੋਂ ਬਿਨਾਂ ਗੱਲ ਬਣਨੀ ਨਹੀਂ। ਹੁਣ ਖੇਤੀ ਪੈਦਾ ਕਰਨ ਦੇ ਢੰਗ ਰੰਗ ਦੱਸ ਦਿਓ, ਅਤੇ ਜੋ ਢੰਗ ਵਰਤਾਂਗੇ ਨਹੀਂ ਤਾਂ ਫਿਰ ਤਾਂ ਬੋਝ ਨਹੀਂ ਨਾ ਲੱਗਣਾ। ਇਸੇ ਤਰ੍ਹਾਂ ਹੋਰ ਚੀਜ਼ਾਂ ਵੀ ਹੈਗੀਆਂ। ਹੁਣ ਕਿਤਾਬਾਂ ਹੈਗੀਆਂ, ਉਹਨਾਂ 'ਚ ਬਹੁਤ ਕੁਝ ਦੱਸਿਆ ਆ, ਅਤੇ ਜਿਵੇਂ ਦੱਸਿਆ ਜੇ ਉਵੇਂ ਨਹੀਂ ਕਰਦੇ ਤਾਂ ਕੀ ਮਿਲੇਗਾ? ਕੁਝ ਵੀ ਨਹੀਂ। ਉਹਦੇ ਵਾਸਤੇ ਹੁਣ ਡਾਕਟਰੀ ਹੈ, ਡਾਕਟਰਾਂ ਦੀ ਸੰਗਤ ਕਰਕੇ ਸਾਰੇ ਤਜਰਬੇ ਪ੍ਰੈਕਟੀਕਲ ਸਿੱਖਣੇ ਪੈਣਗੇ, ਫਿਰ ਹੀ ਡਾਕਟਰ ਬਣੇਗਾ। ਇਸੇ ਤਰ੍ਹਾਂ ਹੀ ਸਾਧ ਸੰਗਤ ਧਰਮ ਸ਼ਾਸਤਰਾਂ ਗ੍ਰੰਥਾਂ 'ਚ ਦੱਸਿਆ ਸਾਰਾ ਕੁਝ ਹੁੰਦਾ, ਤਾਂ ਸਿਆਣੇ ਪੁਰਸ਼ਾਂ ਦੀ ਸੰਗਤ ਤੋਂ ਬਿਨਾਂ ਉਸ ਚੀਜ਼ ਦੀ ਨਾ ਪ੍ਰਾਪਤੀ ਹੋਈ, ਨਾ ਹੈ, ਨਾ ਗਾਂਹ ਹੋਏਗੀ। ਉਹਦੇ ਵਾਸਤੇ ਯਤਨ ਕਰਨੇ ਪੈਂਦੇ ਹਨ। ਗੁਰ ਸੇਵਾ ਤੇ ਜਾਣਿਆ, ਗੁਰੂ ਦੀ ਸੇਵਾ ਕਰਕੇ ਜਿਲੇ ਹਿਰਦਾ ਸ਼ੁੱਧ ਹੋਇਆ, ਫਿਰ ਜਾਣ ਲਿਆ। ਮੈਂ ਤਾਂ ਬਾਹਰ ਭਾਲਦਾ ਫਿਰਦਾ ਸੀ, ਅੰਤਰ ਤੇਰੇ ਨਿਧਾਨ ਹੈ, ਤੂੰ ਬਾਹਰ ਬਸ ਨਾ ਭਾਲ, ਤੂੰ ਬਾਹਰ ਢੂੰਡਦਾ ਫਿਰਦਾ ਸੀ। ਹਰਨ ਦੇ ਕਸਤੂਰੀ ਅੰਦਰੇ ਹੁੰਦੀ ਹੈ, ਉਹ ਬਾਸ਼ਨਾ ਦੀ ਉਹ ਝਾੜੀਆਂ ਸੁੰਘਦਾ ਫਿਰਦਾ। ਤੂੰ ਨਾਪਾ ਕੱਟਣ ਵਾਲੇ ਹੋ ਰਿਹਾ, ਉਹ ਲੱਖਾਂ ਰੁਪਏ ਮੁੱਲ ਵੱਟੀ ਜਾਂਦੇ, ਕਿਉਂ ਕਸਤੂਰੀ ਦਾ ਤਾਂ ਸੋਨੇ ਦਾ ਇੱਕੋ ਜਿਹਾ ਮੁੱਲ ਹੁੰਦਾ ਇਹਨਾਂ ਦਾ। ਇਹਨਾਂ ਦਾ ਰੇਟ ਇੱਕੋ ਜਿਹਾ ਹੀ ਹੈ। ਇਸ ਵਾਸਤੇ ਤੋਲਾ ਸੋਨੇ ਦਾ ਮੁੱਲ ਜਿੰਨਾ ਹੋਊ, ਉਨਾ ਹੀ ਕਸਤੂਰੀ ਦਾ ਹੋਵੇਗਾ। ਸੋ ਇਸ ਵਾਸਤੇ ਇਹਦੇ ਅੰਦਰ ਹੀ ਸਾਰਾ ਕੁਝ, ਇਹ ਬਾਹਰ ਲੱਜਦਾ ਫਿਰਦਾ। ਅਤੇ ਜਦੋਂ ਸੰਗਤ ਕਰਕੇ ਮਹਾਂਪੁਰਖ ਦੱਸਦੇ ਆ ਉਸ ਢੰਗ ਨਾਲ ਕਮਾਈ ਕਰੀਏ। ਇਹ ਕਹਿੰਦਾ ਐਵੇਂ ਟੱਕਰਾਂ ਹੀ ਮਾਰਦੇ ਰਹੇ। ਇਹ ਗੱਲ ਤਾਂ ਨੇੜੇ ਹੀ ਸੀ, ਕਿਉਂਕਿ ਸਤਿਗੁਰ ਸਭ ਕੋ ਦੇਤ ਹੈ, ਦੇਤਾ ਨਾ ਹੀ ਕੋਏ, ਪਲਟੂ ਪਾਰਸ ਕਿਆ ਕਰੇ ਜਾਂ ਲੋਹਾ ਕੋਟਾ ਹੋਵੇ। ਜੇ ਲੋਹਾ ਜਗਾਲਦਾ ਮਾਰਿਆ, ਜਿੰਨਾ ਮਰਜ਼ੀ ਪਾਰਸ ਲਾਈ ਜੋ ਸੋਨਾ ਨਹੀਂ ਬਣਨਾ। ਲੋਹਾ ਵੀ ਸਾਫ਼ ਹੋਊ, ਉਹਨੂੰ ਪਾਰਸ ਲੱਗੇ ਫੇਰ। ਅਤੇ ਜਿਨ੍ਹਾਂ ਦੀ ਆਪਣੀ ਬਿਰਤੀ ਖੋਟੀ ਹੈ, ਉਹ ਕੀ ਲੈਣਗੇ? ਇਸ ਵਾਸਤੇ ਬੁੱਧੀ ਖੋਟੀ ਨਹੀਂ, ਮੋਟੀ ਹੋਵੇ ਫਿਰ ਤਾਂ ਸਮਝ ਆ ਜਾਂਦੀ ਥੋੜ੍ਹੀ ਬਹੁਤ। ਸਵੱਛ ਹੋਵੇ ਤਾਂ ਕਹਿਣਾ ਕੀ ਹੈ। ਸੋ ਇਸ ਵਾਸਤੇ ਧੰਨ ਸ਼੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ। ਗੁਰ ਸੇਵਾ ਤੇ ਜਾਣਿਆ, ਗੁਰੂ ਦੀ ਸੇਵਾ ਕਰਕੇ ਜਦੋਂ ਆਪਾ ਭਾਵ ਹੰਕਾਰ ਤਿਆਗ ਕੇ ਨਿਮਰਤਾ ਵਾਲਾ ਭਾਵ ਆ ਗਿਆ, ਫਿਰ ਅਸਲੀ ਵਸਤੂ ਨੂੰ ਜਾਣਿਆ ਜਾਂਦਾ ਹੈ। ਸੱਚ ਪ੍ਰਗਟੀ ਏਸਾ, ਉਹ ਸੱਚ ਸਰੂਪੀ ਵਾਹਿਗੁਰੂ ਪ੍ਰਗਟ ਹੋ ਜਾਂਦਾ ਹੈ। ਸਭ ਕੁਛ ਸੱਚੋ ਸੱਚ ਹੈ। ਮਹਾਰਾਜ ਜੋ ਕਹਿੰਦੇ ਸਾਰਾ ਕੁਝ ਸੱਚੇ ਸੱਚ ਆ। ਹੁਣ ਗੁਰੂ ਗ੍ਰੰਥ ਸਾਹਿਬ ਵਿੱਚ ਏਕ ਓਂਕਾਰ ਤੋਂ ਲੈ ਕੇ 18 ਦਸਵੀਂ ਤੱਕ ਸੱਚੋ ਸੱਚ ਹੈ, ਝੂਠ ਨਹੀਂ ਲੱਜੂਗਾ। ਜਿਵੇਂ ਆਕਾਸ਼ ਵਿੱਚ ਸੂਰਜ ਆ, ਚੰਦ ਆ, ਤਾਰੇ ਆ, ਉਹ ਧਰਤੀ 'ਤੇ ਨਹੀਂ, ਆਕਾਸ਼ 'ਚ। ਜਿਹੜੀਆਂ ਧਰਤੀ ਦੀਆਂ ਚੀਜ਼ਾਂ ਉਹ ਆਕਾਸ਼ 'ਚ ਨਹੀਂ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਇਹ ਸਾਰਾ ਕੁਝ ਪ੍ਰਾਪਤ ਹੁੰਦਾ। ਇਹ ਕੋਈ ਝੂਠ ਨਹੀਂ ਲੱਜਦਾ, ਸੱਚੋ ਸੱਚ ਮਿਲੂਗਾ। ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ,
ਮਹਾਰਾਜ ਕਹਿੰਦੇ ਉਹ ਸੱਚ ਜਿਹੜਾ ਸੱਚੇ ਪੁਰਸ਼ਾਂ ਦੀ ਸੰਗਤ ਕਰਕੇ, ਸ਼ਬਦ ਦੀ ਕਮਾਈ ਕਰਕੇ ਫੇਰ ਹੀ ਪ੍ਰਗਟ ਹੁੰਦਾ ਹੈ। ਗੁਰ ਸੋਚੀ ਪਾਈ, ਗੁਰੂ ਦੁਆਰਾ ਰੱਬ ਦੀ ਪ੍ਰਾਪਤੀ ਦੀ, ਸੱਚ ਸਰੂਪੀ ਪ੍ਰਮਾਤਮਾ ਦੀ ਪ੍ਰਾਪਤੀ ਦੀ ਸੋਝੀ ਪ੍ਰਾਪਤ ਹੁੰਦੀ ਹੈ। ਕਿਉਂਕਿ ਜਿਹੋ ਜਿਹੀ ਵਿਦਿਆ ਉਹੋ ਜਿਹਾ ਟੀਚਰ ਲੱਜਣਾ ਪੈਂਦਾ। ਹੁਣ ਮਕੈਨਿਕੀ ਸਿੱਖਣੀ ਦਾ ਮਕੈਨਿਕ ਕੋਲ ਜਾਣਾ ਪਊਗਾ, ਡਰਾਈਵਰੀ ਡਰਾਈਵਰ ਦੁਆਰਾ ਹੀ ਆਊਗੀ। ਵਿਗਿਆਨ ਸਾਇੰਸ ਬਾਰੇ ਇਹ ਵਿਗਿਆਨੀ ਦੀ, ਡਾਕਟਰੀ ਸਿੱਖਣੀ ਹੈ ਅਤੇ ਡਾਕਟਰ ਦੀ, ਕੋਈ ਸੰਗੀਤ ਸਾਹਿਤਕਾਰ ਆ ਉਹੋ ਜਿਹਾ। ਇਸ ਤਰ੍ਹਾਂ ਜਿਹੜਾ ਅਧਿਆਤਮਵਾਦੀ ਮਹਾਂਪੁਰਖ ਆ, ਉਹਨਾਂ ਦੀ ਸੰਗਤ ਕਰਕੇ ਅਧਿਆਤਮਾਂ ਦੀ ਰੋਸ਼ਨੀ, ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਵਾਹ ਵਾਹ ਸੱਚੇ ਪਾਤਸ਼ਾਹ। ਮਹਾਰਾਜ ਕਹਿੰਦੇ ਉਹ ਜਿਹੜਾ ਪਰਮੇਸ਼ਰ ਆ, ਵਾਹੋ ਵਾਹੋ। ਗੁਰੂ ਨਾਨਕ ਸਾਹਿਬ ਨੇ ਪੁੱਛਿਆ ਕਿ ਇਹਨੇ ਰੱਬ ਦਾ ਨਾਂ ਕੋਈ ਰੱਖਿਆ, ਕੋਈ ਰੱਖੀ ਫਿਰਦੇ, ਆਪ ਜੀ ਦਾ ਖਿਆਲ। ਮਹਾਰਾਜ ਕਹਿੰਦੇ ਵਾਹ, ਅਸਚਰਜ ਆ, ਉਹਦੇ ਬਾਰੇ ਦੱਸਿਆ ਨਹੀਂ ਜਾਂਦਾ। ਕਹਿੰਦੇ ਵੀ ਉਸ ਅਸਚਰਜ ਰੂਪ ਨੂੰ ਪ੍ਰਗਟ ਕਿਵੇਂ ਕੀਤਾ ਜਾਏ। ਮਹਾਰਾਜ ਨੇ ਦੂਆ ਅੱਖਰ ਜੋੜਤਾ ਨਾਲ, ਕਹਿੰਦੇ ਗੁਰੂ। ਗੁਰੂ ਦੁਆਰਾ ਅਸਚਰਜ ਰੂਪੀ ਵਾਹਿਗੁਰੂ ਬਾਰੇ ਜਾਣਕਾਰੀ, ਪਛਾਣਕਾਰੀ ਮਿਲੂਗੀ। ਇਹ ਮੰਤਰ ਹੈ। ਇਹ ਮੰਤਰ ਸਾਰੀ ਵਰਲਡ ਦਾ, ਈਸਾਈ ਯਹੋਵਾ ਕਹੀ ਜਾਂਦੇ, ਮੁਸਲਮਾਨ ਸੁਭਾਨ ਕਹੀ ਜਾਂਦੇ ਆ, ਹਿੰਦੂ ਅਸਚਰਜ ਕਹੀ ਜਾਂਦੇ, ਆਪਾਂ ਬਾਹੋ ਕਹਿ ਦਿੰਦੇ ਹਾਂ। ਇਹ ਸਾਰੀ ਵਰਲਡ ਦਾ ਸਾਂਝਾ ਮੰਤਰ ਆ ਨਾ, ਸਾਂਝਾ ਮੰਤਰ ਆ। ਇਹਦਾ ਅਰਥ ਇੱਕੋ ਹੀ ਹੈ। ਸੁਭਾਨ ਦਾ ਵੀ ਇਹੀ ਹੈ, ਅਸਚਰਜ ਦਾ ਵੀ ਇਹੀ ਹੈ, ਬਾਹੂ ਦਾ ਅਰਥ ਵੀ ਹੈ। ਵੰਡਰਫੁੱਲ ਈਸਾਈ ਕਹਿੰਦੇ, ਉਹਦਾ ਵੀ ਇਹੀ ਅਰਥ ਹੈ। ਹੁਣ ਕਣਕ ਹੈ, ਕੋਈ ਬੀਟ ਕਹਿੰਦਾ, ਕੋਈ ਗੰਦਮ ਕਹਿੰਦਾ, ਕੋਈ ਕੁਝ ਕਹਿੰਦਾ, ਉਹ ਬੋਲੀ ਭੇਦ ਹੀ ਹੈ। ਪਰਮਾਤਮਾ ਇੱਕੋ ਹੀ ਹੈ। ਬੋਲੀ ਭੇਦ ਦੇ ਨਾਲ ਉਹਦੇ ਨਾਂ, ਇਲਾਕੇ ਜਾਂ ਬੋਲੀਆਂ ਜੋ ਜੁਦੇ ਜੁਦੇ ਰੱਖੇ ਹੋਏ ਆ। ਰੱਬ ਕੋਈ 2 4 5 10 ਨਹੀਂ, ਇੱਕੋ ਹੀ ਹੈ। ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ। ਉਹ ਇੱਕੋ ਹੀ ਹੈ। ਉਹਦੇ ਨਾਮ ਅਨੇਕ ਹੈ, ਫਿਰ ਏਕ ਹੈ। ਨਾਮ ਬਹੁਤ। ਹੁਣ ਜਾਪ ਸਾਹਿਬ ਦੇ ਵਿੱਚ ਮਹਾਰਾਜ ਨੇ 1400 ਨਾਂ ਗਿਣ ਦਿੱਤਾ। ਹੈਗਾ ਇੱਕੋ ਹੀ ਹੈ। ਉਹ ਤਾਂ ਉਹਦੀ ਉਸਤਤ ਦੇ ਵਿੱਚ ਜਿਹੜੇ ਨਾਂ ਆ, ਕੀਰਤਨ ਕਥੇ ਤੇਰੀ ਜੇਵਾ, ਸਤਨਾਮ ਤੇਰਾ ਪਰਾ ਪੂਰਵਲਾ ਕਿਹਾ ਹੈ। ਹਾਂਜੀ, ਤੂੰ ਸੱਚੀ ਨਾਈ। ਤੇਰੀ ਜਿਹੜੀ ਵਡਿਆਈ ਹੈ ਨਾਈ, ਇਹ ਵੀ ਸੱਚੀ ਹੈ। ਇਹ ਪੰਗਤੀ ਜਿਹੜੀ ਹੈ 21 ਵਾਰੀ ਇਸ ਵਾਰ ਵਿੱਚ ਸ਼ਬਦ ਦੀ ਸੰਪੂਰਨਤਾ 'ਤੇ ਇਹ ਪੜ੍ਹਨੀ ਹੈ। ਕਿ ਕਈ ਆਪਣੀ ਮਨਮਤ ਦੇ ਨਾਲ ਨਹੀਂ ਪੜ੍ਹਦੇ, ਉਹ ਇਸ ਗੱਲ ਵਿੱਚ ਦੋਸ਼ੀ ਹੈ। ਕਿਉਂਕਿ ਜੋ ਨਿਯਮ ਤੁਰੇ ਹੁੰਦੇ ਆ, ਉਹਨਾਂ ਦੇ ਮੁਤਾਬਕ ਚੱਲਣਾ ਪੈਂਦਾ। ਕਈ ਜਿੱਦ ਕਰਦੇ ਅੱਖਰ ਲਿਖੇ ਸਹੀ ਗਾਵਾਂ, ਅਵਰ ਨਾ ਜਾਣਾ ਬਾਣੀ ਜੀਓ। ਇਹਦਾ ਸੌਖਾ ਹੀ ਅਰਥ ਹੈ। ਹੁਣ ਲਿਖਿਆ ਮਹਾਰਾਜ ਨੇ ਆਦਿ ਵਿੱਚ ਇੱਕ ਉਹ ਕੂੜਾ ਖੁੱਲ੍ਹੇ ਮੂੰਹ ਵਾਲਾ ਓਂਕਾਰ ਤਾਂ ਲਿਖਿਆ ਨਹੀਂ। ਜਪਜੀ ਸਾਹਿਬ ਦੇ ਆਦਿ ਵਿੱਚ ਇੱਕ ਉਹ ਲਿਖਿਆ ਨਾ, ਇਹਦੇ ਉਚਾਰਨ ਦਾ ਢੰਗ ਕਿਹਨੂੰ ਦੱਸਿਆ? ਇਹ ਸੰਪਰਦਾ ਦੇ ਮਹਾਂਪੁਰਖਾਂ ਨੇ ਦੱਸਿਆ। ਉਹਨੀ ਕੋਲੋਂ ਨਹੀਂ, ਜੋ ਗੁਰੂ ਨਾਨਕ ਪਾਤਸ਼ਾਹ 10ਵੇਂ ਪਾਤਸ਼ਾਹ ਦੱਸ ਕੇ ਗਏ ਜਾਂ ਮਹਾਂਪੁਰਖਾਂ ਨੇ ਦੱਸਿਆ, ਉਹਦੇ ਮੁਤਾਬਕ ਫਿਰ ਉੱਥੇ ਆਪਾਂ ਨੂੰ ਇੱਕੋ ਹੀ ਪੜ੍ਹਨਾ ਚਾਹੀਦਾ। ਓਂਕਾਰ ਕਿਉਂ ਪੜ੍ਹਦੇ ਹਾਂ? ਕਈ ਜਗ੍ਹਾ ਬਸਰਗਾਂ ਲੱਗੀਆਂ ਹੋਈਆਂ, ਉੱਥੇ ਉਹ ਹਾਹੇ ਦੀ ਆਵਾਜ਼ ਦਿਨੰਤਨ ਹੈ, ਇਸ ਤਰ੍ਹਾਂ ਦਾ ਹੈ। ਹੋਰ ਵੀ ਬਾਣੀ ਦੇ ਬਹੁਤ ਸਾਰੇ ਭੇਦ ਆ। ਆਪਣੇ ਆਪ ਲੋਕ ਘਰਾਂ 'ਚ ਪ੍ਰਕਾਸ਼ ਕਰਕੇ ਪਾਠ ਕਰਦੇ, ਉਹ ਜੋ ਮਰਜ਼ੀ ਨਾ ਕਰੀ ਜਾਣ। ਅਸਲੀ ਜਿਹੜੇ ਸੰਪਰਦਾਈ ਮਹਾਂਪੁਰਖ ਗਿਆਨੀ, ਉਹਨਾਂ ਤੋਂ ਸੰਥਿਆ ਕਰਕੇ ਕੀਤਾ ਜਾਏ, ਉਹ ਪਾਠ ਫਿਰ ਸ਼ੁੱਧ ਹੁੰਦਾ। ਬਹੁਤ ਪਾਠ ਕਰਦੇ, ਇੰਨੇ ਹਜ਼ਾਰ ਪਾਠ ਕਰ ਲਿਆ, ਹਾਲੇ ਤੂੰ ਇੱਕ ਓਂਕਾਰ ਤਾਂ ਗਲਤ ਪੜ੍ਹੀ ਜਾਣਾ, ਤੇਰਾ ਇੰਨਾ ਹਜ਼ਾਰ ਕੀ ਕਰੂਗਾ? ਦੱਖਣੀ ਓਂਕਾਰ 'ਚ ਕੈ ਦੀ ਜਗ੍ਹਾ ਕੇ ਪੜ੍ਹਦਾ ਸੀ ਅਤੇ ਚਪੇੜਾਂ ਪਈਆਂ, ਤੂੰ ਸਾਰਾ ਗੁਰੂ ਗ੍ਰੰਥ ਗੱਠ ਪੜ੍ਹੀ ਜਾਣਾ। ਸ਼ੁੱਧ ਇੱਧਰ ਸਾਡਾ ਧਿਆਨ ਨਹੀਂ ਹੈ।
ਤੇ ਅੱਜ ਕੱਲ੍ਹ ਜਿਹੜੇ ਸੰਥਿਆ ਕਰਾਉਣ ਵਾਲੇ ਕਈ ਉਹ ਵੀ ਉਹੋ ਜਿਹੇ ਹੀ ਹੈ। ਉਹਨਾਂ ਨੂੰ ਵੀ ਕੋਈ ਬੋਧ ਨਹੀਂ ਹੈ, ਕਿਉਂਕਿ ਜਿੰਨਾ ਚਿਰ ਕਿਸੇ ਉਸਤਾਦ ਦੀ ਮਾਰ ਨਾ ਖਾਈਏ ਉਹਨਾਂ ਚਿਰ ਇਹ ਗੱਲ ਨਹੀਂ ਬਣਦੀ। ਇਸੇ ਤਰ੍ਹਾਂ ਹੁਣ ਇਹ ਬਾਣੀ ਦੇ ਜਿਹੜੇ ਬਹੁਤ ਸਾਰੇ ਗੁਝੇ ਭੇਦ ਆ, ਉਹ ਜਦੋਂ ਸੰਪਰਦਾਵਾਂ ਦੇ ਵਿੱਚ ਆਪਾਂ ਵਿਦਿਆ ਉਹਨਾਂ ਮਹਾਂਪੁਰਖਾਂ ਤੋਂ ਪੜ੍ਹਦੇ ਹਾਂ, ਉਹਨਾਂ ਬਾਰੇ ਫਿਰ ਰੋਸ਼ਨੀ ਮਿਲਦੀ ਹੈ। ਇਸ ਕਰਕੇ ਇਸ ਵਾਰ ਦੇ ਵਿੱਚ ਪਹਿਲੇ ਸ਼ਬਦ ਵਿੱਚ ਇਹ ਪੰਕਤੀ ਲਿਖੀ ਹੈ। 21 ਵਾਰੀ ਉਹਦੀ ਸੰਪੂਰਨਤਾ ਦੇ ਅਗਲੇ ਸ਼ਬਦ ਦੇ ਇਹ ਪੰਕਤੀ ਜਿਹੜੀ ਹੈ ਪੜ੍ਹਨੀ ਪੈਂਦੀ ਹੈ। ਇਸ ਕਰਕੇ ਜਿਹੜੇ ਪਾਠੀ ਹੈ ਉਹਨਾਂ ਨੂੰ ਵੀ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਈ ਸੰਗਤ ਨੂੰ ਜੀ ਆਇਆਂ। ਸਾਰਿਆਂ ਦਾ ਹੀ ਧੰਨਵਾਦ। ਗੁਰੂ ਮਹਾਰਾਜ ਕਿਰਪਾ ਕਰਨ, ਨਾਮਦਾਨ ਸਿੱਖੀ ਦਾਨ ਭਰੋਸਾ, ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ। ਪ੍ਰਬੰਧਕਾਂ ਦਾ, ਸਮੂਹ ਸੇਵਾਦਾਰਾਂ ਦਾ ਧੰਨਵਾਦ। ਗੁਰੂ ਮਹਾਰਾਜ ਮਿਹਰ ਕਰਕੇ ਖਾਲਸਾ ਪੰਥ ਵਿੱਚ ਏਕਤਾ, ਇਤਫਾਕ, ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।